ਇੰਦਰ ਸਿੰਘ ਖਾਮੋਸ਼ ਦੁਆਰਾ ਅਨੁਵਾਦਿਤ ਨਾਵਲ ਚਾਨਣੀਆਂ ਪੈੜਾਂ ਦਾ 22ਵਾਂ ਅੰਕ। ਉੱਨਤ ਦੇਸ਼ਾਂ ਤੋਂ ਬਹੁਤ ਦੂਰ ਹੋਣ ਕਾਰਨ ਚੁਕੋਟਸਕ ਸੈਂਕੜੇ ਸਾਲ ਤੱਕ ਸੱਭਿਅਤਾ ਤੋਂ ਅਛੋ ਰਿਹਾ। ਮੂੰਹ ਜ਼ੁਬਾਨੀ ਕਾਨੂੰਨਾਂ ਦੇ ਆਧਾਰ 'ਤੇ ਲੋਕਾਂ ਦਾ ਜੀਵਨ ਚੱਲਦਾ ਰਿਹਾ। ਜੰਮਣ ਤੋਂ ਮਰਨ ਤੱਕ ਬੰਦੇ ਵਹਿਮਾਂ ਭਰਮਾਂ ਦੇ ਜਾਲ 'ਚ ਫਸੇ ਰਹਿੰਦੇ। ਫਿਰ ਵੀ ਲੋਕਾਂ ਦਾ ਆਚਰਣ, ਬਹਾਦਰੀ ਤੇ ਸਹਿਣਸ਼ੀਲਤਾ ਉਹਨਾਂ ਦੀਆਂ ਬੇਮਿਸਾਲ ਸਿਫਤਾਂ ਸਨ। 17ਵੀਂ ਸਦੀ ਦੇ ਅੱਧ 'ਚ ਇੱਥੇ ਇੱਕ ਕਜ਼ਾਕ ਸਿਮੋਨ ਡੈਜ਼ਨੀਵ ਨਵੀਆਂ ਖੋਜਾਂ ਕਰਨ ਦੇ ਇਰਾਦੇ ਨਾਲ ਆਇਆ। ਵੀਟਸ ਬੇਰਿੰਗ ਉੱਪਰ ਆਉਣ ਤੋਂ ਕਾਫੀ ਸਮਾਂ ਪਹਿਲਾਂ ਉਹਨੇ ਆਪਣੀਆਂ ਹੌਲੀਆਂ ਕਿਸ਼ਤਾਂ ਨਾਲ ਰਾਸ ਚੁਕੋਟਸਕ ਦੇ ਉੱਪਰ ਪੂਰਬੀ ਭਾਗਾਂ ਦਾ ਚੱਕਰ ਲਾਇਆ। ਉਹ ਤੋਂ ਕੋਈ 1 ਸਦੀ ਬਾਅਦ ਰੂਸੀ ਕਜ਼ਾਕਾਂ ਨੇ ਇੱਥੋਂ ਦੇ ਹੱਠੀ ਕਬੀਲਿਆਂ ਤੋਂ ਜ਼ਾਰ ਵਾਸਤੇ ਜ਼ਬਰਦਸਤੀ ਘਰ ਉਗਰਾਇਆ। ਨਾ ਬੰਦੂਕਾਂ ਨਾ ਤਲਵਾਰਾਂ ਇਹਨਾਂ ਲੋਕਾਂ ਨੂੰ ਆਪਣੇ ਅਧੀਨ ਕਰ ਸਕੀਆਂ, ਪਰ ਰੂਸੀ ਚੀਜ਼ਾਂ ਤਮਾਕੂ, ਕੁਹਾੜੀਆਂ, ਚਾਕੂ, ਖੰਡ, ਡਬਲ ਰੋਟੀਆਂ ਤੇ ਸ਼ਰਾਬ ਨੇ ਉਹਨਾਂ ਨੂੰ ਜਿੱਤ ਲਿਆ। 19ਵੀਂ ਸਦੀ ਦੇ ਅਖੀਰ 'ਚ ਜਦ ਵਲਾਡੀਵਾਸਟਕ ਤੋਂ ਇੱਥੇ ਆਉਣ ਲਈ ਬਾਕਾਇਦਾ ਸਮੁੰਦਰੀ ਰਸਤਾ ਚਾਲੂ ਹੋ ਗਿਆ ਤਾਂ ਡਾਕਟਰ ਗ੍ਰਿਨੀਵਿਤਸਕੀ ਅਨਾਡੀਨ ਇਲਾਕੇ ਦਾ ਪਹਿਲਾ ਰੂਸੀ ਗਵਰਨਰ ਬਣ ਕੇ ਇਸ ਦੇਸ਼ 'ਚ ਆਇਆ। ਇੱਥੇ ਆ ਕੇ ਜਦੋਂ ਇੱਥੋਂ ਦੇ ਲੋਕਾਂ ਦੇ ਸੁਭਾਅ ਤੋਂ ਚੰਗੀ ਤਰ੍ਹਾਂ ਵਾਕਫ ਹੋ ਗਿਆ ਤਾਂ ਉਹਨੇ ਉੱਪਰਲੇ ਹਾਕਮਾਂ ਨੂੰ ਇਹ ਬੇਨਤੀ ਲਿਖ ਕੇ ਭੇਜੀ ਕਿ ਉਹਨੂੰ ਗਵਰਨਰ ਦੀ ਬਜਾਏ ਡਾਕਟਰ ਰਖਵਾਉਣ ਦੀ ਆਗਿਆ ਦਿੱਤੀ ਜਾਏ, ਕਿਉਂਕਿ ਉਹਦੇ ਖਿਆਲ ਅਨੁਸਾਰ ਚੁਕਚੀ ਆਜ਼ਾਦ ਲੋਕ ਅਜੇ ਤੱਕ ਹਕੂਮਤ ਦੇ ਵਿਚਾਰ ਨੂੰ ਨਹੀਂ ਸਨ ਸਮਝਦੇ। ਰੂਸੀਆ ਵੱਲੋਂ ਲੱਭਿਆ ਖੋਜਿਆ ਅਲਾਸਕਾ 1867 'ਚ ਰੂਸ ਦੇ ਬਾਦਸ਼ਾਹ ਜ਼ਾਰ ਦੀ ਹਕੂਮਤ ਨੇ ਅਮਰੀਕਾ ਨੂੰ ਵੇਚ ਦਿੱਤਾ। ਇਸ ਸੌਦੇ ਪਿੱਛੋਂ ਅਮਰੀਕਨ ਵੇਲ ਕਿਸ਼ਤੀਆਂ ਦੀ ਚੁਕੋਟਸਕ ਦੇ ਤੱਟ ਉੱਤੇ ਦਿਖਾਈ ਦੇਣ ਲੱਗ ਪਈਆਂ। ਅਮਰੀਕਨਾਂ ਨੇ ਆਬਨਾਏ ਬੇਰਿੰਗ ਦੇ ਦੋਹੀਂ ਪਾਸੇ ਵਪਾਰਕ ਕਾਰਵਾਈਆਂ ਸ਼ੁਰੂ ਕਰ ਦਿੱਤੀਆਂ। ਵੇਲ ਮੱਛੀਆਂ ਤੁਸੀਂ ਮਾਰ ਲਿਆ ਕਰੋ, ਪਰ ਵਾਲਰਸਾਂ ਸਾਡੇ ਵਾਸਤੇ ਛੱਡ ਦਿਆ ਕਰੋ। ਸਾਨੂੰ ਵੀ ਤਾਂ ਸ਼ਿਕਾਰ ਕਰਨ ਵਾਸਤੇ ਕੁਝ ਨਾ ਕੁਝ ਚਾਹੀਦਾ ਹੈ। ਚੁਕਚੀ ਲੋਕ ਵੇਲ ਕਿਸ਼ਤੀਆਂ ਵਾਲਿਆਂ ਨੂੰ ਆਖਦੇ, ਤੁਹਾਨੂੰ ਕੇਵਲ ਦੰਦ ਚਾਹੀਦੇ ਨੇ, ਕਿਉਂਕਿ ਵਾਲਰਸਾਂ ਦੀਆਂ ਲਾਸ਼ਾਂ ਤੁਸੀਂ ਸਮੁੰਦਰ 'ਚ ਸੁੱਟ ਦਿੰਦੇ ਹੋ। ਦੰਦ ਤੁਸੀਂ ਸਾਥੋਂ ਲੈ ਰਿਆ ਕਰੋ। ਉਹਨਾਂ ਦੇ ਪਿੱਛੇ ਪਿੱਛੇ ਜਹਾਜ਼ਾਂ ਵਾਲੇ ਸਮਗਲਰ ਵੀ ਆ ਪਹੁੰਚੇ। ਉਹ ਕੇਵਲ ਇੱਕ ਗੀਤ ਬਦਲੇ ਮਹਿੰਗੀਆਂ ਸਮੂਰ ਦਲਾਂ ਖੱਲਾਂ ਖਰੀਦ ਲੈਂਦੇ। ਖੱਲਾਂ ਪ੍ਰਾਪਤ ਕਰਨ ਵਾਸਤੇ ਰੂਸੀ ਤੇ ਵਿਦੇਸ਼ੀ ਸਰਮਾਏਦਾਰ ਇੱਕ ਦੂਜੇ ਦੇ ਮੁਕਾਬਲੇ 'ਚ ਅੱਡੇ ਸਥਾਪਿਤ ਕਰਕੇ ਬੈਠ ਗਏ। ਇਹਨਾਂ 'ਚ ਡੈਨਮਾਰਕੀ, ਨਾਰਵੇਈ, ਅਮਰੀਕਨ ਤੇ ਅੰਗਰੇਜ਼ ਵਪਾਰੀ ਵੀ ਸ਼ਾਮਲ ਸਨ। ਇਹਨਾਂ ਸਾਰਿਆਂ ਦਾ ਮਕਸਦ ਸੌਖੀ ਤਰ੍ਹਾਂ ਪੈਸਾ ਕਮਾਉਣ ਤੋਂ ਬਿਨਾਂ ਹੋਰ ਕੁਝ ਨਹੀਂ ਸੀ। ਅਜਿਹੇ ਉਦੇਸ਼ ਦਾ ਪਰਮਾਇਆ ਥਾਮਸਨ ਇਸ ਦੌਲਤ ਭਰੇ ਤੱਟ ਉੱਪਰ ਵਸ ਚੁੱਕਿਆ ਸੀ। 1917 ਤੋਂ ਅਮਰੀਕਨ ਅਖਬਾਰਾਂ 'ਚ ਰੂਸੀ ਇਨਕਲਾਬ ਬਾਰੇ ਪ੍ਰਕਾਸ਼ਿਤ ਖਬਰਾਂ ਬੜੇ ਧਿਆਨ ਨਾਲ ਪੜ੍ਹਦਾ ਆ ਰਿਹਾ ਸੀ ਤੇ ਪਰ ਉਹਨਾਂ ਘਟਨਾਵਾਂ ਦੇ ਅਸਲੀ ਅਰਥਾਂ ਦੀ ਉਹਨੂੰ ਸਮਝ ਨਹੀਂ ਸੀ। ਮਹਾਨ ਰੂਸੀ ਇਨਕਲਾਬ ਪੁਰਾਣੇ ਰੂਸੀ ਨਿਜ਼ਾਮ ਦੀਆਂ ਜੜ੍ਹਾਂ ਉਖਾੜ ਰਿਹਾ ਸੀ, ਪਰ ਉਹਦੀ ਮਾਮੂਲੀ ਜਿਹੀ ਭਿਣਕ ਵੀ ਇਹਨਾਂ ਦੂਰ ਦੁਰਾਡੇ ਇਲਾਕਿਆਂ ਤੱਕ ਨਹੀਂ ਅੱਪੜੀ ਸੀ। ਚਾਂਦੀ ਰੰਗੀ ਲੂੰਬੜੀ ਖਰੀਦਣ ਸਮੇਂ ਐਈ ਦੇ ਮੂੰਹੋਂ ਤੱਟ ਉੱਪਰ ਕਿਸੇ ਰੂਸੀ ਛਾਪਾਮਾਰ ਦੀ ਮੌਜੂਦਗੀ ਦੀ ਖਬਰ ਸੁਣ ਕੇ ਥਾਮਸਨ ਨੂੰ ਆਪਣੀ ਰੱਖਿਆ ਦਾ ਫਿਕਰ ਪੈ ਗਿਆ। 1923 ਦੀ ਬਸੰਤ ਰੁੱਤ ਚੁਕੋਟਸਕ ਤੱਟ ਉੱਪਰ ਅਸਾਧਾਰਨ ਸੁੰਦਰਤਾ ਨਾਲ ਆਰੰਭ ਹੋਈ। ਦੂਰੋਂ ਸੁਣਾਈ ਦੇ ਰਹੀ ਸਮੁੰਦਰ ਦੀ ਗੜਗੜਾਹਟ ਕਦੇ-ਕਦੇ ਨਿਰਮਲ ਸਾਫ਼ ਹਵਾ ਦੀ ਖਾਮੋਸ਼ੀ ਭੰਗ ਕਰ ਦਿੰਦੀ। ਬਰਫ਼ ਪੰਘਰਨ ਨਾਲ ਕੇਂਦਰੀ ਟੁੰਡਰਾ ਵਿੱਚ ਕਿਧਰੇ-ਕਿਧਰੇ ਨੰਗੀ ਗਿੱਲੀ ਜ਼ਮੀਨ ਨਜ਼ਰ ਆਉਣ ਲੱਗ ਪਈ। ਧਰੂਵੀ ਚਿੜੀਆਂ ਆਪਣੇ ਘਰਾਂ ਵੱਲ ਪਰਤਣ ਪਿੱਛੋਂ ਬਰਫ਼ ਨਾਲ ਢਕੇ ਟੁੰਡਰਾ ਵਿੱਚੋਂ ਖੁਰਾਕ ਦੀ ਭਾਲ 'ਚ ਉੱਡਣ ਲੱਗ ਪਈਆਂ। ਸੂਰਜ ਦੀਆਂ ਨਿੱਘੀਆਂ ਕਿਰਨਾਂ 'ਚ ਨਹਾਤੀਆਂ ਖੁਸ਼ੀ ਨਾਲ ਚਹਿਚਹਾਉਂਦੀਆਂ ਇਹ ਚਿੜੀਆਂ ਅਮੁੱਕ ਸੁੰਨਸਾਨ 'ਚ ਜ਼ਿੰਦਗੀ ਦਾ ਸੰਦੇਸ਼ ਲੈ ਕੇ ਆਈਆਂ। ਜ਼ਮੀਨੀ ਕਾਟੂਆਂ ਵੀ ਸਰਦੀਆਂ ਦੀ ਲੰਬੀ ਨੀਂਦ ਪਿੱਛੋਂ ਜਾਗ ਕੇ ਧੁੱਪ 'ਚ ਕਲੋਲਾਂ ਕਰਨ ਲੱਗ ਪਈਆਂ। ਜਦ ਵੀ ਉਹਨਾਂ ਨੂੰ ਮਾਮੂਲੀ ਜਿਹਾ ਖਤਰਾ ਅਨੁਭਵ ਹੁੰਦਾ, ਉਹ ਭੱਜ ਕੇ ਖੱਡਾਂ 'ਚ ਵੜ ਜਾਂਦੀਆਂ। ਝਿਲ ਮਿਲਾਉਂਦੀ ਹਵਾ 'ਚ ਛੋਟੇ-ਛੋਟੇ ਜਾਨਵਰ ਬਹੁਤ ਵੱਡੇ ਦਿਖਾਈ ਦਿੰਦੇ। ਕਾਫੀ ਦੂਰੋਂ ਕੋਈ ਅਣਜਾਣ ਆਦਮੀ ਇਹਨਾਂ ਕਾਟੂਆਂ ਨੂੰ ਮਨੁੱਖ ਹੀ ਸਮਝ ਲੈਂਦਾ। ਸੂਰਜ ਭਾਵੇਂ ਦਿਨ ਰਾਤ ਆਕਾਸ਼ 'ਚ ਘੁੰਮਦਾ ਰਹਿੰਦਾ, ਪਰ ਅੱਖਾਂ 'ਚ ਧੁੰਦਿਆ ਦੇਣ ਵਾਲਾ ਚਿੱਟੀ ਬਰਫ਼ ਦਾ ਗਲੀਚਾ ਅਜੇ ਵੀ ਚਾਰੇ ਪਾਸੇ ਵਿਛਿਆ ਦਿਖਾਈ ਦਿੰਦਾ ਸੀ। ਘੜੀ ਦਾ ਅਲਾਰਮ ਜਦ ਖੜਕ ਕੇ ਬੰਦ ਹੋ ਗਿਆ ਤਾਂ ਥਾਮਸਨ ਨੇ ਪਾਸਾ ਪਰਤਿਆ ਤੇ ਸਿਰਹਾਣੇ 'ਚ ਆਪਣਾ ਮੂੰਹ ਛੁਪਾ ਲਿਆ। ਅਲਾਰਮ 6 ਵਾਰ ਵੱਜਿਆ। ਥਾਮਸਨ ਹਰ ਵਾਰ ਆਪਣਾ ਮੂੰਹ ਸਿਰਹਾਣੇ 'ਚ ਲੁਕੋ ਲੈਂਦਾ। ਇਸ ਤਰ੍ਹਾਂ ਜਦੋਂ ਪੂਰੀ ਤਰ੍ਹਾਂ ਜਾਗ ਨਾ ਪਿਆ, ਘੜੀ ਨਾਲ ਲੁਕਣ ਮਿੱਟੀ ਖੇਡਦਾ ਰਿਹਾ। ਇਸ ਵੇਲੇ ਸਵੇਰ ਦੇ 10 ਵਜੇ ਸਨ। 1901 ਤੋਂ ਉਹਦੇ ਉੱਠਣ ਦਾ ਇਹ ਪੱਕਾ ਸਮਾਂ ਸੀ। ਉੱਠ ਕੇ ਬੈਠ ਗਿਆ। ਆਲੇ ਦੁਆਲੇ ਦੇਖਣ ਲੱਗਾ। ਕਮਰੇ 'ਚ ਹਨੇਰਾ ਸੀ। ਕੇਵਲ ਭਾਰੀ ਪਰਦੇ 'ਚ ਹੋਏ ਛੇਕ ਰਾਹੀਂ ਸੂਰਜ ਦੀ ਕਿਰਨ ਅੰਦਰ ਆ ਰਹੀ ਸੀ। ਇਉਂ ਜਾਪਦਾ ਸੀ ਜਿਵੇਂ ਖਿੜਕੀ ਦੇ ਉੱਪਰਲੇ ਹਿੱਸੇ ਤੋਂ ਆ ਰਹੀ ਇੱਕ ਸੁਨਹਿਰੀ ਤਾਰ ਸਾਹਮਣੇ ਪਈ ਕੁਰਸੀ ਨਾਲ ਬੰਨੀ ਹੋਈ ਹੋਵੇ। ਇਸ ਤਾਰ ਨੂੰ ਦੇਖ ਕੇ ਥਾਮਸਨ ਚਿੜ ਗਿਆ। ਉਹ ਰੱਬਾ, ਇਹਨਾਂ ਜਾਨਵਰਾਂ ਨੂੰ
20 ਸਾਲਾਂ 'ਚ ਭੋਰਾ ਵੀ ਅਕਲ ਨਹੀਂ ਆਈ। ਇੰਨੇ ਸਮੇਂ ਵਿੱਚ ਤਾਂ ਇੱਕ ਸੀਲ ਨੂੰ ਵੀ ਪੜ੍ਹਾਇਆ ਜਾ ਸਕਦਾ ਹੈ। ਉਹਨੇ ਗੁੱਸੇ ਭਰੀ ਆਵਾਜ਼ ਮਾਰੀ, ਮੇ। ਅਧਖੜ ਉਮਰ ਦੀ ਇੱਕ ਜਨਾਨੀ ਅੰਦਰ ਆਈ। ਉਹ ਆਪਣੇ ਪਤੀ ਦੇ ਵਿਹਾਰ ਦੀ ਆਦੀ ਹੋ ਚੁੱਕੀ ਸੀ। ਹਨੇਰੇ 'ਚ ਕਾਹਲੀ ਕਾਹਲੀ ਤੁਰਦੀ ਉਹ ਪਰਦਾ ਹਟਾਉਣ ਲਈ ਖਿੜਕੀ ਵੱਲ ਵਧੀ, ਪਰ ਉਹਦੇ ਪਤੀ ਨੇ ਉਹਨੂੰ ਰੋਕਤਾ। ਠਹਿਰ ਜਾ, ਉਹ ਛੇਕ ਦਿਸਦਾ ਤੈਨੂੰ? ਹਾਂ ਦਿਸਦਾ। ਇਹ ਤੇਰੀ ਅਣਗਹਿਲੀ ਹੈ। ਮੈਂ ਨਹੀਂ ਚਾਹੁੰਦਾ ਕਿ ਕੋਈ ਚੀਜ਼ ਮੇਰੀ ਨੀਂਦ ਖਰਾਬ ਕਰੇ। ਤੂੰ ਬੜੀ ਲਾਪਰਵਾਹ ਹੋ ਗਈ ਹੈ। ਰੁਲਤੀਨਾ ਨੇ ਗੋਰੇ ਪਤੀ ਦੀ ਝਿੜਕ ਚੁੱਪਚਾਪ ਸੁਣ ਲਈ, ਪਰ ਉਹਨੂੰ ਸਮਝ ਨਹੀਂ ਸੀ ਆ ਰਹੀ ਚਾਰਲੀ ਚਾਹੁੰਦਾ ਕੀ ਸੀ, ਕਿਉਂਕਿ ਲੋਕ ਤਾਂ ਬਾਹਰ ਧੁੱਪ 'ਚ ਸਲੈਜਾਂ ਉੱਤੇ ਵੀ ਸੌਂ ਜਾਂਦੇ ਸੀ। ਚੰਗਾ, ਹੁਣ ਤੂੰ ਪਰਦਾ ਹਟਾ ਦੇ, ਥਾਮਸਨ ਨੇ ਆਖਿਆ। ਝਮ-ਝਮ ਕਰਦੀ ਧੁੱਪ ਖਿੜਕੀ ਰਾਹੀਂ ਨੀਵੀਂ ਛੱਤ ਵਾਲੇ ਕਮਰੇ 'ਚ ਆ ਗਈ। ਕਮਰੇ 'ਚ ਇੱਕ ਬਿਸਤਰਾ, ਇੱਕ ਮੇਜ਼, ਕਿਤਾਬਾਂ ਰੱਖਣ ਵਾਲਾ ਇੱਕ ਬਕਸਾ, ਬੈਂਤ ਦੀਆਂ 2 ਕੁਰਸੀਆਂ ਤੇ ਵੱਡੇ ਧੂਤੂ ਵਾਲਾ ਇੱਕ ਚਮਕਦਾਰ ਗ੍ਰਾਮੋਫੋਨ ਵੀ ਪਿਆ ਸੀ। ਇਹਨੂੰ ਕੇਵਲ ਐਤਵਾਰ ਵਾਲੇ ਦਿਨ ਹੀ ਵਜਾਇਆ ਜਾਂਦਾ ਸੀ। ਅਲਮਾਰੀ ਦਾ ਉੱਪਰਲਾ ਖਾਨਾ ਜੈਕ ਲੰਦਨ ਤੇ ਵੈਡਜ਼ਲੇ ਦੀਆਂ ਕਿਤਾਬਾਂ ਨਾਲ ਭਰਿਆ ਪਿਆ ਸੀ। ਵਿਚਕਾਰਲੇ ਤੇ ਹੇਠਲੇ ਖਾਨੇ 'ਚ 1 ਸਾਲ ਪੁਰਾਣੇ ਅਮਰੀਕਨ ਅਖਬਾਰ ਰਸਾਲੇ ਪਏ ਸਨ। ਉਹਨੂੰ ਛੋਟੇ ਜਹਾਜ਼ ਵਾਲਿਆਂ ਰਾਹੀਂ ਮਿਲਦੇ ਸਨ ਤੇ ਇਹ ਅਖਬਾਰ ਰਸਾਲੇ ਉਹਦੀ ਆਤਮਕ ਤੇ ਮਾਨਸਿਕ ਤ੍ਰਿਪਤੀ ਦੀ ਖੁਰਾਕ ਸਨ। ਇਹ ਅਖਬਾਰ ਰਸਾਲੇ ਬਾਕਾਇਦਾ ਮਿਤੀਵਾਰ ਲੱਗੇ ਹੋਏ ਸਨ। ਉਹਨਾਂ ਨੂੰ ਇਸ ਤਰ੍ਹਾਂ ਪੜ੍ਹਦਾ ਜਿਵੇਂ ਉਹ ਅੱਜ ਹੀ ਡਾਕ 'ਚ ਆਏ ਸਨ। ਸੰਨ ਤੋਂ ਬਿਨਾਂ ਤਾਰੀਖਾਂ ਉਹੀ ਹੁੰਦੀਆਂ ਸੀ। ਜੇ ਉਹ ਚਾਹੁੰਦਾ ਤਾਂ ਕਾਫੀ ਸਮਾਂ ਪਹਿਲਾਂ ਬਹੁਤ ਸਾਰੀਆਂ ਗੱਲਾਂ ਜਾਣ ਲੈਂਦਾ, ਪਰ ਉਹ ਸਿਆਣਾ ਤੇ ਹਿਸਾਬੀ ਕਿਤਾਬੀ ਆਦਮੀ ਹੋਣ ਕਰਕੇ ਦੁਨੀਆ ਦੇ ਮਾਮਲਿਆਂ 'ਚ ਅਗਾਊਂ ਦਿਲਚਸਪੀ ਨਹੀਂ ਸੀ ਲੈਣੀ ਚਾਹੁੰਦਾ। ਇਸ ਤਰ੍ਹਾਂ ਬਾਕੀ ਦੁਨੀਆ ਨਾਲੋਂ ਪੂਰੇ 1 ਸਾਲ ਪਿੱਛੇ ਸੀ। ਜੇਕਰ ਉਹ ਚਾਹੁੰਦਾ ਤਾਂ ਇਸ ਨਿਕੰਮੇ ਜਿਹੇ ਘਰ ਦੀ ਥਾਂ ਇੱਕ ਵਧੀਆ ਸ਼ਾਨਦਾਰ ਮਕਾਨ ਵੀ ਬਣਾ ਸਕਦਾ ਸੀ, ਪਰ ਉਹ ਇਸ ਵਿਚਾਰ ਨੂੰ ਇਹ ਕਹਿ ਕੇ ਟਾਲ ਦਿੰਦਾ ਸੀ ਕਿ ਸ਼ਾਇਦ ਜਹਾਜ਼ ਵਾਲੇ ਅਗਲੇ ਸਾਲ ਉਸ ਵਾਸਤੇ ਬਣਿਆ ਬਣਾਇਆ ਮਕਾਨ ਹੀ ਲੈ ਆਉਣ। ਉਹਨੂੰ ਸ਼ਾਨਦਾਰ ਮਕਾਨ ਬਣਾਉਣ ਦੀ ਲੋੜ ਵੀ ਸੀ। ਉਹਨੇ ਉੱਥੇ ਸਾਰੀ ਉਮਰ ਥੋੜ੍ਹੇ ਬੈਠੇ ਰਹਿਣਾ ਸੀ। ਡੰਗ ਸਾਰਨ ਵਾਸਤੇ ਛੋਟਾ ਜਿਹਾ ਮਕਾਨ ਕਾਫੀ ਸੀ। ਐਵੇਂ ਡਾਲਰ ਖਰਚਣ ਦਾ ਫਾਇਦਾ ਵੀ ਕੀ ਸੀ। ਝੂਲੇਦਾਰ ਕੁਰਸੀ ਵਿੱਚ ਬੈਠੇ ਬੈਠੇ ਥਾਮਸਨ ਨੇ ਪਾਈਪ ਖਤਮ ਕਰ ਲਿਆ। ਕੁਝ ਸੋਚਦਾ ਹੋਇਆ ਉਹ ਹੱਥੀਂ ਬਣਾਏ ਕੈਲੰਡਰ ਕੋਲ ਗਿਆ। ਕੱਲ੍ਹ ਦੀ ਤਾਰੀਖ 16 ਮਈ 1923 ਉੱਪਰ ਲਕੀਰ ਮਾਰ ਦਿੱਤੀ। ਪਾਈਪ ਉਹਨੇ ਖਾਨੇਦਾਰ ਦੀ ਕਮੀਜ਼ ਦੀ ਜੇਬ 'ਚ ਪਾ ਲਿਆ। ਅਲਮਾਰੀ 'ਚੋਂ 17 ਮਈ 1922 ਦਾ ਅਖਬਾਰ ਚੁੱਕ ਲਿਆ। ਉਹਦੀ ਪਤਨੀ ਨਾਸ਼ਤਾ ਲੈ ਕੇ ਅੰਦਰ ਆਈ। ਮੇਜ਼ ਉੱਪਰ ਕਾਫੀ ਦਾ ਇੱਕ ਪਿਆਲਾ, ਸੂਰ ਦੇ ਮਾਸ ਦੀ ਪਲੇਟ, ਗਰਮ ਡਬਲ ਰੋਟੀ, ਖੰਡ ਰੱਖ ਕੇ ਚੁੱਪਚਾਪ ਵਾਪਸ ਚਲੀ ਗਈ। ਅਖਬਾਰ ਹੱਥ ਫੜ ਕੇ ਉਹ ਪੜ੍ਹਨ ਬੈਠ ਗਿਆ ਤੇ 1 ਸਾਲ ਪਹਿਲਾਂ ਦੁਨੀਆ 'ਚ ਕੀ ਵਾਪਰਿਆ ਸੀ। ਜਿਹੜੀਆਂ ਖਬਰਾਂ ਉਹਨੇ ਅੱਜ ਪੜ੍ਹਨੀਆਂ ਸੀ, ਜਹਾਜ਼ ਵਾਲਿਆਂ ਵਾਸਤੇ ਉਹ 1 ਸਾਲ ਪੁਰਾਣੀਆਂ ਖਬਰਾਂ ਸੀ। ਪਰ ਉਹਨੇ ਜਹਾਜ਼ ਵਾਲਿਆਂ ਨੂੰ ਆਖਿਆ ਹੋਇਆ ਸੀ ਕਿ ਉਹਨੂੰ ਕੋਈ ਖਬਰ ਨਾ ਸੁਣਾਇਆ ਕਰਨ। ਉਹਦੇ ਖਿਆਲ ਅਨੁਸਾਰ ਇਸ ਤਰ੍ਹਾਂ ਜੀਵਨ 'ਚ ਇਕਸਾਰਤਾ ਨਹੀਂ ਰਹਿੰਦੀ। ਜੀਵਨ 'ਚ ਉਤਾਰ ਚੜ੍ਹਾਅ ਨਹੀਂ ਆਉਣੇ ਚਾਹੀਦੇ। ਕਾਫੀ ਪੀਂਦਿਆਂ ਪੀਂਦਿਆਂ ਉਹਨੇ ਅਖਬਾਰ 'ਚੋਂ ਕੁਝ ਪੜ੍ਹ ਕੇ ਕੱਪ ਇੱਕਦਮ ਮੇਜ਼ ਉੱਪਰ ਰੱਖ ਦਿੱਤਾ। ਅਖਬਾਰ ਸੁੱਟ ਕੇ ਉਹਨੇ ਆਪਣੀ ਕਮੀਜ਼ ਨਾਲ ਆਪਣੀ ਐਨਕ ਦੇ ਸ਼ੀਸ਼ੇ ਸਾਫ਼ ਕੀਤੇ। ਐਨਕਾਂ ਮੁੜ ਲਾ ਕੇ ਉਹਨੇ ਬੜੇ ਧਿਆਨ ਨਾਲ ਅਖਬਾਰ 'ਚੋਂ ਉਹ ਖਬਰ ਫਿਰ ਪੜ੍ਹੀ। ਉਹਦੇ ਚਿਹਰੇ ਦਾ ਰੰਗ ਉੱਡਣ ਲੱਗ ਪਿਆ। ਅਖਬਾਰ ਪਾਸੇ ਰੱਖ ਕੇ ਉਹ ਖੜ੍ਹਾ ਹੋ ਗਿਆ। ਪਾਈਪ ਹਿਲਾਉਂਦਾ ਹੋਇਆ ਕਮਰੇ 'ਚ ਡਹਿਲਣ ਲੱਗ ਪਿਆ। ਮੈਂ ਮਾਰਿਆ ਜਾਊਂਗਾ। ਇਸ ਨਿੱਕੀ ਜਿਹੀ ਖਬਰ ਦਾ ਸਿੱਧਾ ਸੰਬੰਧ ਮੇਰੇ ਨਾਲ ਹੈ। ਬੇੜਾ ਗਰਕ ਇਸ ਖਬਰ ਦਾ। ਪਾਈਪ ਨੂੰ ਪ੍ਰਿੰਸ ਐਲਬਰਟ ਤਮਾਕੂ ਨਾਲ ਭਰ ਕੇ ਥਾਮਸਨ ਬੜੀ ਬੇਚੈਨੀ ਨਾਲ ਕਮਰੇ 'ਚ ਚੱਕਰ ਲਾਉਣ ਲੱਗ ਪਿਆ। ਬੜੇ ਜ਼ੋਰ ਨਾਲ ਪਾਈਪ ਦਾ ਕਸ਼ ਲਗਾ ਕੇ ਉਹ ਇੱਕਦਮ ਤੇਜ਼ੀ ਨਾਲ ਮੇਜ਼ ਵੱਲ ਵਧਿਆ। ਅਖਬਾਰ ਚੁੱਕ ਕੇ ਖਬਰ ਨੂੰ ਦੁਬਾਰਾ ਪੜ੍ਹਿਆ। ਲਿਖਿਆ ਸੀ, ਸੋਵੀਅਤ ਸਰਕਾਰ ਨੇ ਉੱਤਰ ਕੰਪਨੀ ਨੂੰ ਕਮਾਟਸਕਾ, ਚੁਕੋਟਸਕ ਤੇ ਅਨਾਡੀਰ ਦੇ ਲੋਕਾਂ ਨਾਲ ਵਪਾਰ ਕਰਨ ਦੀ ਆਗਿਆ ਦੇ ਦਿੱਤੀ ਹੈ। ਸਰਕਾਰ ਨੂੰ ਅਜਿਹੇ ਬੰਦਿਆਂ ਦੀ ਲੋੜ ਹੈ ਜਿਹੜੇ ਰੂਸੀ ਭਾਸ਼ਾ ਬੋਲ ਸਕਦੇ ਹੋਣ। ਪਿਛਲੇ 22 ਸਾਲਾਂ 'ਚ ਰੂਸੀ ਇਨਕਲਾਬ ਵਰਗੀਆਂ ਖਬਰਾਂ ਪੜ੍ਹ ਕੇ ਉਹ ਇੰਨਾ ਨਹੀਂ ਸੀ ਘਬਰਾਇਆ ਜਿੰਨਾ ਨਿੱਕੀ ਜਿਹੀ 1 ਸਾਲ ਪੁਰਾਣੀ ਖਬਰ ਪੜ੍ਹ ਕੇ ਘਬਰਾ ਗਿਆ। ਉੱਤਰ ਕੰਪਨੀ? ਕਿੱਥੇ ਏਡੀ ਵੱਡੀ ਕੰਪਨੀ, ਕਿੱਥੇ ਮੈਂ ਮਾਮੂਲੀ ਵਪਾਰੀ। ਸਮੁੰਦਰ 'ਚ ਇੱਕ ਮਗਰਮੱਛ ਨਾਲ ਕੁੱਤੇ ਦਾ ਕੀ ਮੁਕਾਬਲਾ। ਉਹਨੇ ਆਪਣੇ ਆਪ ਨੂੰ ਹੌਸਲਾ ਦੇਣ ਦੀ ਕੋਸ਼ਿਸ਼ ਕੀਤੀ, ਪਰ ਮੈਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਖਾੜੀ ਹਡਸਨ ਵਿੱਚ ਇਸ ਉੱਤਰ ਕੰਪਨੀ ਦਾ ਕਿਵੇਂ ਦਿਵਾਲਾ ਨਿਕਲਿਆ ਸੀ ਤੇ ਕਿਵੇਂ ਉਹਦੇ ਵੱਡੇ ਵੱਡੇ ਅਮੀਰ ਆਦਮੀ ਤਬਾਹ ਹੋਏ ਸਨ। ਇੰਨੇ ਕੁ ਅਸਾਧਾਰਨ ਦਿਮਾਗੀ ਕੰਮ ਨਾਲ ਉਹ ਬਿਲਕੁਲ ਥੱਕ ਗਿਆ। ਉਹਨੇ ਅਖਬਾਰ ਚੁੱਕਿਆ, ਕੁਰਸੀ 'ਤੇ ਬਹਿ ਗਿਆ। ਇੱਕ ਵਾਰ ਫਿਰ ਉਹਨੇ ਉਹੀ ਖਬਰ ਪੜ੍ਹੀ ਤੇ ਗੁੱਸੇ ਨਾਲ ਅਖਬਾਰ ਵਗਾ ਕੇ ਮਾਰਿਆ। ਉਹਨੇ ਪੱਕਾ ਫੈਸਲਾ ਕਰ ਲਿਆ ਕਿ ਉਹ ਇੱਥੇ ਹੀ ਰਹੇਗਾ ਤੇ ਕਿਸੇ ਵੀ ਹਾਲਤ 'ਚ ਇਹ ਇਲਾਕਾ ਨਹੀਂ ਛੱਡੇਗਾ। ਮੈਂ ਆਪਣੀ ਰੱਖਿਆ ਆਪ ਕਰਾਂਗਾ। ਪਰ ਜਦ ਉਹਨੂੰ ਉੱਤਰ ਕੰਪਨੀ ਦਾ ਖਿਆਲ ਆਉਂਦਾ, ਉਹਨੂੰ ਕੰਬਣੀ ਛਿੜ ਜਾਂਦੀ। ਇਸ ਕੰਪਨੀ ਬਾਰੇ ਉਹ ਚੰਗੀ ਤਰ੍ਹਾਂ ਜਾਣਦਾ ਸੀ ਕਿ ਆਉਣ ਸਾਰ ਉਹ ਆਪਣੇ ਸ਼ਕਤੀਸ਼ਾਲੀ ਸਮੁੰਦਰ ਬੇੜੇ ਨਾਲ ਸਾਰੀ ਮੰਡੀ 'ਤੇ ਛਾ ਜਾਏਗੀ। ਉਹਨੇ ਰੋਣ ਵਰਗੀ ਆਵਾਜ਼ ਮਾਰੀ। ਉਹਦੀ ਪਤਨੀ ਡਰਦੀ ਡਰਦੀ ਅੰਦਰ ਆਈ ਤਾਂ ਉਹਨੇ ਬੜੀ ਔਖ ਨਾਲ ਆਖਿਆ, ਵਿਸਕੀ। ਰੁਲਤੀਨਾ ਨੇ ਇੱਕਦਮ ਉਹਦੇ ਹੁਕਮ ਦੀ ਪਾਲਣਾ ਤਾਂ ਕਰਤੀ, ਪਰ ਉਹ ਥੋੜ੍ਹੀ ਜਿਹੀ ਹੈਰਾਨ ਜ਼ਰੂਰ ਹੋਈ। 20 ਸਾਲਾਂ 'ਚ ਉਹਨੇ ਚਾਰਲੀ ਨੂੰ ਇੰਨੀ ਸਵੇਰੇ ਕਦੇ ਵਿਸਕੀ ਪੀਂਦਿਆਂ ਨਹੀਂ ਵੇਖਿਆ ਸੀ।
ਉਹਨੇ ਸੋਚਿਆ ਚਾਰਲੀ ਦਾ ਦਿਮਾਗ ਖਰਾਬ ਹੋ ਗਿਆ। ਉਹਨੇ ਰੱਜ ਕੇ ਵਿਸਕੀ ਪੀਤੀ। ਉਹਨੂੰ ਇੱਕਦਮ ਕੋਈ ਖਿਆਲ ਆਇਆ। ਉਹਨੇ ਮੱਥੇ ਉੱਤੇ ਹੱਥ ਮਾਰਿਆ, ਬੋਲਿਆ, ਵਾਹ ਮੇਰੇ ਰੱਬਾ, ਮੈਨੂੰ ਕਾਹਦੀ ਫਿਕਰ ਹੈ। ਐਲੀ ਤੱਤ ਮੇਰਾ ਮਿੱਤਰ ਹੈ, ਉਹਦੇ ਹੁੰਦਿਆਂ ਇੱਥੇ ਮੇਰਾ ਰਾਜ ਹੈ। ਮੈਂ ਹੀ ਕਾਨੂੰਨ ਆ, ਮੈਂ ਹੀ ਸਿਆਸਤ। ਐਲੀ ਤੱਤ ਰਾਹੀਂ ਮੈਂ ਪਹਿਲਾਂ ਹੀ ਸਮੂਰ ਖਰੀਦ ਕੇ ਰੱਖ ਸਕਦਾ। ਹਾ ਹਾ ਹਾ, ਮੈਂ ਉੱਤਰ ਕੰਪਨੀ ਨੂੰ ਫੇਲ ਕਰ ਦਿਆਂਗਾ। ਪਰ ਜੇ ਉਹ ਚਾਹਣ ਤਾਂ ਇੱਥੋਂ ਬੱਤਖਾਂ ਦੇ ਅੰਡੇ ਭਾਵੇਂ ਖਰੀਦ ਕੇ ਲੈ ਜਾਣ, ਖੱਲਾਂ ਉਹਨਾਂ ਨੂੰ ਇੱਥੋਂ ਨਹੀਂ ਮਿਲਣਗੀਆਂ। ਅਜਿਹੇ ਘਾਟੇ ਵਾਲਾ ਵਪਾਰ ਉਹ ਨਹੀਂ ਕਰਨਗੇ। ਫਿਰ ਉਹਨੇ ਸੋਚਿਆ ਕਿਵੇਂ ਕੰਪਨੀ ਦੇ ਵੱਡੇ ਵੱਡੇ ਜਹਾਜ਼ ਮਾਲ ਨਾਲ ਲੱਦੇ ਹੋਏ ਇੱਥੇ ਆਉਣਗੇ, ਪਰ ਉਹਨਾਂ ਨੂੰ ਇੱਥੋਂ ਇੱਕ ਵੀ ਖੱਲ ਨਹੀਂ ਮਿਲੇਗੀ। ਐਲੀ ਤੱਤ ਸਾਰੀਆਂ ਖੱਲਾਂ ਪਹਿਲਾਂ ਹੀ ਖਰੀਦ ਲਏਗਾ। ਹੁਣ ਉਹਨੂੰ ਕੋਈ ਚਿੰਤਾ ਨਹੀਂ ਸੀ ਇਸ ਕੰਮ 'ਚ ਉਹਨੂੰ ਕਿੰਨਾ ਘਾਟਾ ਪਏਗਾ। ਨਾ ਹੀ ਇਸ ਗੱਲ ਦੀ ਪਰਵਾਹ ਸੀ ਕਿ ਵਾਸ਼ਿੰਗਟਨ ਬੈਂਕ ਵਿੱਚ ਉਹਦੇ ਖਾਤੇ 'ਚ ਕੋਈ ਰਕਮ ਜਮ੍ਹਾਂ ਨਹੀਂ ਹੋਏਗੀ। ਉਹਦੇ ਸਾਹਮਣੇ ਤਾਂ ਮੁਕਾਬਲੇ ਦਾ ਸਵਾਲ ਸੀ। ਅੰਗ 23। 6 ਬੱਚੇ ਤੇ ਪਤਨੀ ਸਮੇਤ ਥਾਮਸਨ ਪਰਿਵਾਰ ਦੇ 8 ਮੈਂਬਰ ਸਨ। ਉਹ ਸਾਰੇ ਖੱਲਾਂ ਨਾਲ ਬਣੇ ਇੱਕ ਕਮਰੇ 'ਚ ਰਹਿੰਦੇ ਸਨ, ਜਿਹਦੇ ਨਾਲ ਇੱਕ ਸਧਾਰਨ ਜਿਹਾ ਠੰਡਾ ਕਮਰਾ ਵੀ ਬਣਿਆ ਹੋਇਆ ਸੀ। ਉਹਨਾਂ ਦਾ ਜੀਵਨ ਢੰਗ ਬਿਲਕੁਲ ਚੁਕਚੀਆਂ ਵਰਗਾ ਸੀ। ਨਿੱਘ ਤੇ ਚਾਨਣ ਵਾਸਤੇ ਉਹ ਕਾਈ ਦਾ ਚੁੱਲ੍ਹਾ ਬਾਲਦੇ, ਰੇਂਡੀਅਰ ਦੀਆਂ ਖੱਲਾਂ ਉੱਪਰ ਸੌਂਦੇ, ਵਾਲਰਸ ਤੇ ਸੀਲ ਦਾ ਮਾਸ ਖਾਂਦੇ ਸਨ। ਪਰਿਵਾਰ ਦੇ ਖਰਚੇ ਵਾਸਤੇ ਥਾਮਸਨ ਨੂੰ ਆਪਣੇ ਜੇਬ ਉੱਪਰ ਬਹੁਤਾ ਭਾਰ ਪਾਉਣ ਦੀ ਲੋੜ ਨਹੀਂ ਸੀ। ਉਹਦਾ ਮੁਤਬੰਨਾ ਪੁੱਤਰ ਯਾਰਾਕ ਵੀ ਬਾਕੀ ਪਰਿਵਾਰ ਦੇ ਜੀਆਂ ਨਾਲ ਰਹਿੰਦਾ ਸੀ ਤੇ ਉਹ ਥਾਮਸਨ ਦੇ ਕਈ ਨਿੱਕੇ ਮੋਟੇ ਕੰਮ ਕਰਨ 'ਚ ਉਹਦੀ ਸਹਾਇਤਾ ਕਰਦਾ ਸੀ। ਸਭ ਤੋਂ ਵੱਡੀ ਧੀ ਮੈਰੀ 19 ਸਾਲ ਦੀ ਹੋ ਚੁੱਕੀ ਸੀ। ਉਹ ਕੱਪੜੇ ਸਿਉਂ ਕੇ ਆਪਣੇ ਖਰਚਾਂ ਨਾਲੋਂ ਵਾਧੂ ਕਮਾ ਲੈਂਦੀ ਸੀ। ਉਹਦਾ ਜੀਵਨ ਢੰਗ ਵੀ ਲੋਰਨ ਦੀਆਂ ਬਾਕੀ ਕੁੜੀਆਂ ਨਾਲੋਂ ਵੱਖਰਾ ਨਹੀਂ ਸੀ। ਉਹਨਾਂ ਵਰਗੇ ਹੀ ਉਹਦੇ ਰੁਝੇਵੇਂ, ਉਹਨਾਂ ਵਰਗੇ ਹੀ ਉਹਦੇ ਵਿਚਾਰ। ਬੋਲੀ ਵੀ ਉਹ ਕੇਵਲ ਚੁਕਚੀ ਬੋਲ ਸਕਦੀ ਸੀ। ਉਹਦੇ ਯੂਰਪੀਨ ਨੈਣ ਨਕਸ਼, ਲੰਬੇ ਲੰਬੇ ਭਰਵੱਟਿਆਂ ਵਾਲੀਆਂ ਉਹਦੀਆਂ ਖੂਬਸੂਰਤ ਕਾਲੀਆਂ ਅੱਖਾਂ ਉਹਦੀ ਨੁਹਾਰ ਨੂੰ ਹੋਰ ਵੀ ਪ੍ਰਭਾਵਸ਼ਾਲੀ ਬਣਾਉਂਦੀਆਂ ਸਨ। ਥਾਮਸਨ ਵੀ ਉਹਨੂੰ ਬਾਕੀ ਬੱਚਿਆਂ ਨਾਲੋਂ ਵੱਧ ਪਿਆਰ ਕਰਦਾ ਸੀ। ਉਹਨੂੰ ਹਿਰਨ ਬੱਚੇ ਦੀ ਖੱਲ ਦੇ ਸਮੂਰਦਾਰ ਕੱਪੜੇ ਪਾਉਂਦਾ ਤੇ ਆਪਣੇ ਕਮਰੇ 'ਚ ਆਉਣ ਤੋਂ ਉਹਨੂੰ ਨਹੀਂ ਰੋਕਦਾ ਸੀ। ਮੈਰੀ ਨੂੰ ਵੇਖ ਕੇ ਥਾਮਸਨ ਦਾ ਦਿਲ ਖੁਸ਼ੀ ਦੇ ਮਾਣ ਨਾਲ ਭਰ ਜਾਂਦਾ। ਰੁਲਤੀਨਾ ਕਦੇ ਕਦੇ ਮੈਰੀ ਨਾਲ ਉਹਦੇ ਵਿਆਹ ਦੀ ਗੱਲ ਛੇੜ ਲੈਂਦੀ। ਅਜਿਹੀ ਗੱਲ ਉਹ ਥਾਮਸਨ ਤੋਂ ਚੋਰੀ ਕਰਦੀ, ਕਿਉਂਕਿ ਮੈਰੀ ਦੇ ਵਿਆਹ ਦੀ ਗੱਲ ਉਹ ਸੁਣਨ ਲਈ ਤਿਆਰ ਨਹੀਂ ਸੀ। ਰੁਲਤੀਨਾ ਨੂੰ ਉਹਦੇ ਅਜੀਬ ਵਤੀਰੇ ਦੀ ਸਮਝ ਨਹੀਂ ਸੀ ਆਉਂਦੀ। ਉਹ ਸੋਚਦੀ, ਕੀ ਚਾਰਲੀ ਇਹ ਨਹੀਂ ਜਾਣਦਾ ਕਿ ਹਰ ਜਵਾਨ ਕੁੜੀ ਨੂੰ ਆਪਣੇ ਬੱਚਿਆਂ ਦਾ ਪਿਓ ਬਣਾਉਣ ਲਈ ਪਤੀ ਦੀ ਲੋੜ ਹੁੰਦੀ ਹੈ? ਕੀ ਹਰੇਕ ਕੁੜੀ ਮਾਂ ਬਣਨ ਦੇ ਸੁਪਨੇ ਨਹੀਂ ਦੇਖਦੀ? ਕੀ ਕੁੜੀਆਂ ਇਸ ਵਾਸਤੇ ਪੈਦਾ ਨਹੀਂ ਹੁੰਦੀਆਂ? ਚਾਰਲੀ ਇਹਨਾਂ ਗੱਲਾਂ ਨੂੰ ਕਿਉਂ ਨਹੀਂ ਸੀ ਸਮਝਦਾ? ਪਰ ਇਸ ਵਿਸ਼ੇ ਬਾਰੇ ਥਾਮਸਨ ਦੇ ਆਪਣੇ ਹੀ ਵਿਚਾਰ ਸਨ। ਉਹ ਇਹ ਗੱਲ ਸੋਚ ਵੀ ਨਹੀਂ ਸੀ ਸਕਦਾ ਕਿ ਕੋਈ ਚੁਕਚੀ ਆਦਮੀ ਉਹਦਾ ਜਵਾਈ ਬਣੇ। 6 ਬੱਚਿਆਂ 'ਚੋਂ ਸਿਰਫ ਮੈਰੀ ਤੇ ਛੋਟਾ ਬੈਨ ਹੀ ਉਹਦੇ ਆਪਣੇ ਬੱਚੇ ਸੀ। ਬਾਕੀ ਬੱਚੇ ਉਹਦੀ ਵਿਆਹ ਮਿੱਤਰਤਾ ਦਾ ਨਤੀਜੇ ਸਨ। ਉਹਨਾਂ ਦੇ ਮੁਹਾਂਦਰੇ 'ਚ ਉਹਦਾ ਇੱਕ ਵੀ ਨਕਸ਼ ਨਹੀਂ ਸੀ। ਉਹ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਦਾ ਸੀ ਕਿ ਮੈਰੀ ਦਾ ਵਿਆਹ ਤਾਂ ਕਰਨਾ ਹੀ ਪਏਗਾ, ਪਰ ਉਹਦਾ ਪਤੀ ਕੌਣ ਬਣੇਗਾ? ਸਾਰੇ ਸਮੁੰਦਰੀ ਤੱਟ ਉੱਤੇ ਇੱਕ ਵੀ ਆਦਮੀ ਉਹਨੂੰ ਇਸ ਕਾਬਲ ਦਿਖਾਈ ਨਹੀਂ ਸੀ ਦਿੰਦਾ। ਕਦੇ ਕਦੇ ਉਹ ਸੋਚਦਾ ਕਿ ਕਿਸੇ ਅਮਰੀਕਨ ਜਹਾਜ਼ੀ ਨਾਲ ਉਹਦਾ ਵਿਆਹ ਕਰਤਾ ਜਾਏ, ਪਰ ਅਜਿਹੀ ਕੁੜੀ ਨੂੰ ਕੌਣ ਆਦਮੀ ਪਤਨੀ ਬਣਾਉਣਾ ਪਸੰਦ ਕਰਦਾ ਜਿਹੜੀ ਅਮਰੀਕਨ ਭਾਸ਼ਾ ਹੀ ਨਹੀਂ ਜਾਣਦੀ ਸੀ? ਇਹ ਤੋਂ ਇਲਾਵਾ ਸੱਭਿਅ ਸਮਾਜ ਦੇ ਤੌਰ ਤਰੀਕਿਆਂ ਦੀ ਵੀ ਮੈਰੀ ਨੂੰ ਕੋਈ ਸਮਝ ਨਹੀਂ ਸੀ। ਅਖੀਰ ਥਾਮਸਨ ਨੇ ਜਹਾਜ਼ੀਆਂ ਵਿੱਚੋਂ ਕਿਸੇ ਅਜਿਹੇ ਆਦਮੀ ਨੂੰ ਲੱਭਣ ਦਾ ਫੈਸਲਾ ਕਰ ਲਿਆ ਜਿਹਨੂੰ ਵਪਾਰ 'ਚ ਆਪਣਾ ਹਿੱਸੇਦਾਰ ਬਣਾਉਣ ਦਾ ਵਾਅਦਾ ਕਰਕੇ ਉਹਨੂੰ ਮੈਰੀ ਨਾਲ ਵਿਆਹ ਕਰਵਾਉਣ ਲਈ ਰਜ਼ਾਮੰਦ ਕਰ ਸਕੇ। ਉਹਦਾ ਵਿਆਹ ਕਿਸੇ ਬੁੱਢੇ ਨਾਲ ਵੀ ਕਰਨ ਨੂੰ ਤਿਆਰ ਸੀ, ਬਸ਼ਰਤੇ ਕਿ ਉਹ ਗੋਰਾ ਹੋਵੇ। ਵੇਲ ਕਿਸ਼ਤੀਆਂ ਤੇ ਛੋਟੇ ਜਹਾਜ਼ਾਂ ਵਾਲੇ ਮੁਸ਼ਟੰਡੇ ਜਹਾਜ਼ੀ ਚੁਕਚੀ ਕੁੜੀਆਂ ਨਾਲ ਬਦਮਾਸ਼ੀਆਂ ਕਰਦੇ ਰਹਿੰਦੇ ਤੇ ਜਾਣ ਵੇਲੇ ਉਹਨਾਂ ਨੂੰ ਉੱਥੇ ਛੱਡ ਕੇ ਤੁਰ ਜਾਂਦੇ। ਥਾਮਸਨ ਨੂੰ ਯਾਦ ਸੀ ਕਿ ਪਿਛਲੀਆਂ ਸਰਦੀਆਂ 'ਚ ਕਿਵੇਂ ਜਹਾਜ਼ੀ ਮਲਾਹਾਂ ਨੇ ਚੁਕਚੀ ਕੁੜੀਆਂ ਨਾਲ ਸ਼ਾਦੀਆਂ ਕਰ ਲਈਆਂ ਸੀ, ਪਰ ਜਦ ਜਹਾਜ਼ ਮੁੜਨ ਦਾ ਮੌਸਮ ਆਇਆ ਤਾਂ ਉਹਨਾਂ ਨੂੰ ਛੱਡ ਕੇ ਤੁਰ ਗਏ। ਕਈ ਕੁੜੀਆਂ ਨੇ ਪਹਾੜੀ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਸੀ। ਮੈਰੀ ਖੁਦ ਗੋਰਾ ਪਤੀ ਨਹੀਂ ਸੀ ਚਾਹੁੰਦੀ, ਕਿਉਂਕਿ ਸਭ ਤੋਂ ਚੰਗਾ ਗੋਰਾ ਉਹਦਾ ਬਾਪ, ਜਿਹਨੂੰ ਉਹ ਚੰਗੀ ਤਰ੍ਹਾਂ ਜਾਣਦੀ ਸੀ, ਉਹਦੇ ਅੰਦਰ ਕੋਈ ਚੰਗੀ ਭਾਵਨਾ ਨਹੀਂ ਸੀ ਜਗਾ ਸਕਿਆ। ਇਸ 'ਚ ਉਹਦੀ ਮਾਂ ਦਾ ਬਹੁਤ ਵੱਡਾ ਰੋਲ ਸੀ। ਲੋਰਨ ਤੇ ਬਾਕੀ ਬਸਤੀਆਂ 'ਚ ਮੈਰੀ ਦੀਆਂ ਸਾਰੀਆਂ ਸਹੇਲੀਆਂ ਅਸਲੀ ਇਸਤਰੀਆਂ ਬਣ ਚੁੱਕੀਆਂ ਸੀ। ਉਹਨਾਂ ਦੇ ਆਪਣੇ ਬੱਚੇ ਸੀ, ਪਰ ਮੈਰੀ ਨੂੰ ਉਹ ਖੁਸ਼ੀ ਦੇਖਣੀ ਨਸੀਬ ਨਹੀਂ ਸੀ ਹੋਈ। ਉਹਦਾ ਭਵਿੱਖ ਅਜੇ ਵੀ ਧੁੰਦਲਾ ਸੀ। ਉਹ ਹਰ ਵੇਲੇ ਉਦਾਸ ਰਹਿੰਦੀ ਤੇ ਦਿਨੋਂ ਦਿਨ ਚਿੜਚਿੜੀ ਹੁੰਦੀ ਜਾ ਰਹੀ ਸੀ। ਉਹਦੀ ਮਾਂ ਮਨ 'ਚ ਸੋਚਦੀ, ਯਾਰਾਕ ਚੰਗਾ ਤਕੜਾ ਸ਼ਿਕਾਰੀ ਹੈ, ਜੇਕਰ ਮੈਰੀ ਦਾ ਵਿਆਹ ਉਸ ਨਾਲ ਹੋ ਜਾਏ ਤਾਂ ਚੰਗੀ ਗੱਲ ਹੈ, ਪਰ ਉਹ ਗੋਰਾ ਨਹੀਂ ਸੀ। 20 ਸਾਲਾਂ ਦੇ ਅਭਿਆਸ ਨੇ ਰੁਲਤੀਨਾ ਨੂੰ ਚੁੱਪਚਾਪ ਹੁਕਮ ਦੀ ਪਾਲਣਾ ਕਰਨੀ ਸਿਖਾਤੀ ਸੀ। ਉਹ ਯਾਰਾਕ ਬਾਰੇ ਥਾਮਸਨ ਨਾਲ ਗੱਲ ਕਰਨ ਦੀ ਬਜਾਏ ਚੁੱਪ ਰਹਿਣਾ ਬਿਹਤਰ ਸਮਝਦੀ ਸੀ। ਉਹ ਇਸ ਗੱਲ ਦੀ ਉਡੀਕ 'ਚ ਸੀ ਕਿ ਥਾਮਸਨ ਖੁਦ ਇਹ ਗੱਲ ਛੇੜੇ, ਪਰ ਉਹ ਤਾਂ ਆਪਣੀ ਦਿਮਾਗੀ ਘੁਰਨੇ 'ਚ ਬੈਠਾ ਸੀ ਤੇ ਆਪਣੇ ਵਿਚਾਰ ਉਹ ਕਿਸੇ ਨੂੰ ਨਹੀਂ ਸੀ ਦੱਸਦਾ। ਇਸ ਤਰ੍ਹਾਂ ਉਹ ਇੱਕ ਅਸਮਾਜਿਕ ਵਿਅਕਤੀ ਸੀ। ਲੋਕਾਂ ਨਾਲ ਉਹਦੀਆਂ ਗੱਲਾਂ ਸਿਰਫ ਲੈਣ ਦੇਣ ਤੱਕ ਹੀ ਸੀਮਤ ਰਹਿੰਦੀਆਂ।
ਘਰ 'ਚ ਵੀ ਉਹ ਬੈਂਕ ਹਿਸਾਬ ਦੀਆਂ ਕਾਪੀਆਂ ਫਰੋਲਦਾ ਰਹਿੰਦਾ। ਰੁਲਤੀ ਨਾ ਉਹਨੂੰ ਝੀਥਾਂ ਵਿੱਚੋਂ ਦੇਖਦੀ। ਉਹ ਕਾਗਜ਼ ਉਲਟਾਉਂਦਾ, ਮੁਸਕਰਾਉਂਦਾ, ਉਹਨਾਂ ਨਾਲ ਇਉਂ ਗੱਲਾਂ ਕਰਦਾ ਜਿਵੇਂ ਕਾਗਜ਼ ਮਨੁੱਖਾਂ ਨਾਲੋਂ ਚੰਗੇ ਹੋਣ। ਰੁਲਤੀਨਾ ਨੂੰ ਇਹਨਾਂ ਕਾਗਜ਼ਾਂ ਨਾਲ ਨਫ਼ਰਤ ਹੋ ਗਈ। ਕਮਰਾ ਸਾਫ਼ ਕਰਨ ਸਮੇਂ ਉਹ ਕਈ ਵਾਰ ਇਹਨਾਂ ਕਾਗਜ਼ਾਂ ਨੂੰ ਝਾੜੂ ਨਾਲ ਕੁੱਟਿਆ ਕਰਦੇ। ਜਦ ਥਾਮਸਨ ਕਿਸੇ ਚੁਕਚੀ ਤੀਵੀਂ ਨਾਲ ਲਲਚਾਈਆਂ ਨਜ਼ਰਾਂ ਨਾਲ ਦੇਖਦਾ ਤਾਂ ਰੁਲਤੀਨਾ ਨੂੰ ਚੰਗਾ ਲੱਗਣ ਲੱਗ ਪੈਂਦਾ। ਉਸ ਵੇਲੇ ਉਹ ਅਸਲੀ ਮਨੁੱਖ ਜਾਪਦਾ। ਉਹਦੀਆਂ ਗੱਲਾਂ ਜੀਵਨ ਚੰਗਿਆੜੀ ਨਾਲ ਚਮਕ ਉੱਠਦੀਆਂ। ਉਹਦੇ ਖਾਮੋਸ਼ ਮੁਸਕਰਾਹਟ ਨਾਲ ਖੁੱਲ੍ਹ ਕੇ ਉਹਦੇ ਬੁੱਲ੍ਹ ਚਮਕਦਾਰ ਦੰਦਾਂ ਨੂੰ ਨੰਗੀਆਂ ਕਰ ਦਿੰਦੇ। ਤੀਵੀਂ ਨੂੰ ਅੰਦਰ ਬੁਲਾ ਕੇ ਉਹ ਦਰਵਾਜ਼ਾ ਬੰਦ ਕਰ ਲੈਂਦਾ। ਥੋੜ੍ਹੇ ਚਿਰ ਪਿੱਛੋਂ ਤੀਵੀਂ ਚਿੰਗਮ ਦਾ ਪੈਕਟ ਲੈ ਕੇ ਬਾਹਰ ਨਿਕਲਦੀ। ਅਜਿਹੇ ਮੌਕੇ ਉਹਦਾ ਦਿਲ ਬਹੁਤ ਵਿਸ਼ਾਲ ਹੋ ਜਾਂਦਾ। ਕਈ ਵਾਰ ਉਹ ਤੀਵੀਆਂ ਨੂੰ ਉਹਨਾਂ ਦੇ ਪਤੀਆਂ ਵਾਸਤੇ ਕਾਰਤੂਸਾਂ ਦਾ ਪੂਰਾ ਡੱਬਾ ਦੇ ਦਿੰਦਾ। ਇਸੇ ਦਾ ਸਿੱਟਾ ਸੀ ਕਿ ਚੁੱਕੋ-ਟਸਕ ਵਿੱਚ ਚਿੱਟ ਮੂੰਹੇ ਬੱਚੇ ਨਜ਼ਰ ਆਉਂਦੇ ਸਨ। ਉਹ ਬੱਚੇ ਦੂਜਿਆਂ ਨਾਲੋਂ ਵੱਖਰੇ ਜਾਪਦੇ ਸਨ, ਪਰ ਉਹਨਾਂ ਨੂੰ ਮਾਪੇ ਤੇ ਗੁਆਂਢੀ ਸਭ ਪਿਆਰ ਕਰਦੇ ਸੀ। ਹਰ ਨਵੇਂ ਬੱਚੇ ਦੇ ਜੰਮਣ 'ਤੇ ਲੋਕ ਖੁਸ਼ੀਆਂ ਮਨਾਉਂਦੇ। ਇਹ ਗੱਲ ਕੋਈ ਨਾ ਸੋਚਦਾ ਕਿ ਬੱਚਾ ਅਸਲੋਂ ਕਿਹਦਾ ਸੀ। ਚਿੰਤਾ ਕਰਨ ਦੀ ਲੋੜ ਵੀ ਕੀ ਸੀ, ਕਿਉਂਕਿ ਬੱਚੇ ਨੇ ਸ਼ਿਕਾਰੀ ਤੇ ਅਸਲੀ ਆਦਮੀ ਦਾ ਬਣ ਹੀ ਜਾਣਾ ਸੀ। ਅੰਗ 24ਵਾਂ। ਇੱਕ ਵਾਰ ਤੱਟ ਉੱਤੇ ਪਲੇਗ ਵਰਗੀ ਬਿਮਾਰੀ ਫੈਲ ਗਈ। ਲੋਕਾਂ ਨੇ ਸਮਝਿਆ ਕੋਈ ਚੰਦਰੀ ਰੂਹ ਕੈਮਨਲ ਬਸਤੀ 'ਚ ਆ ਵੜੀ ਸੀ। ਲੋਕ ਧੜਾ ਧੜ ਮਰ ਰਹੇ ਸਨ। ਉਹਨਾਂ ਵਿੱਚ ਕਿਸੇ ਪਾਸ ਜਾਣ ਦੀ ਹਿੰਮਤ ਨਹੀਂ ਸੀ। ਉਹ ਠੰਡੇ ਘਰਾਂ 'ਚ ਪਏ ਮਰ ਰਹੇ ਸਨ। ਇੱਥੋਂ ਤੱਕ ਕਿ ਪ੍ਰੋਤ ਵੀ ਇਸ ਬਿਮਾਰੀ ਤੋਂ ਨਾ ਬਚ ਸਕੇ। ਇੱਕ ਘਰ ਦੇ ਸਾਰੇ ਜੀਅ ਮਰ ਗਏ। ਸਿਰਫ ਇੱਕ ਛੋਟਾ ਜਿਹਾ ਮੁੰਡਾ ਯਾਰਾਕ ਬਚ ਗਿਆ। ਡਰਿਆ ਹੋਇਆ ਉਹ ਭੱਜ ਕੇ ਗੁਆਂਢੀਆਂ ਦੇ ਘਰ ਗਿਆ। ਇੱਥੇ ਵੀ ਲੋਕ ਪੱਥਰਾਂ ਵਾਂਗ ਜੰਮੇ ਹੋਏ ਸਨ। ਉਹਨੇ ਬੜੀਆਂ ਆਵਾਜ਼ਾਂ ਮਾਰੀਆਂ, ਪਰ ਕਿਸੇ ਨੇ ਕੋਈ ਉੱਤਰ ਨਾ ਦਿੱਤਾ। ਡਰ ਨਾਲ ਉਹਦਾ ਸਾਹ ਸੁੱਕ ਗਿਆ। ਉਹ ਜਿੱਥੇ ਵੀ ਗਿਆ ਉਹਨੂੰ ਖਾਮੋਸ਼ੀ ਦਾ ਹੀ ਸਾਹਮਣਾ ਕਰਨਾ ਪਿਆ। ਨਿਰਾਸ਼ ਹੋ ਕੇ ਉਹ ਤੱਟ ਦੇ ਨਾਲ ਤੁਰ ਪਿਆ। ਉਹਨੂੰ ਆਪਣੀ ਮੰਜ਼ਿਲ ਦਾ ਕੁਝ ਪਤਾ ਨਹੀਂ ਸੀ। ਸੀਲ ਦਾ ਠੰਡਾ ਮਾਸ ਚੱਬ ਕੇ ਉਹ ਆਪਣਾ ਢਿੱਡ ਭਰ ਲੈਂਦਾ। ਤੁਰਿਆ ਜਾਂਦਾ। ਰਸਤੇ 'ਚ ਉਹਨੂੰ ਕੁਝ ਸ਼ਿਕਾਰੀ ਮਿਲੇ। ਉਹਨੂੰ ਚੁੱਕ ਕੇ ਆਪਣੀ ਬਸਤੀ 'ਚ ਲੈ ਗਏ। ਜਦ ਉਹਨੇ ਆਪਣੀ ਕਹਾਣੀ ਸੁਣਾਈ ਤਾਂ ਡਰ ਨਾਲ ਲੋਕਾਂ ਦੀ ਜਿਵੇਂ ਜਾਨ ਹੀ ਨਿਕਲ ਗਈ। ਉਹਨਾਂ ਨੇ ਉਹਨੂੰ ਖੁਆਇਆ ਪਿਆਇਆ ਤੇ ਉਹਨੂੰ ਬਸਤੀ 'ਚੋਂ ਬਾਹਰ ਛੱਡ ਆਏ। ਇਸ ਤਰ੍ਹਾਂ ਜਿੱਥੇ ਵੀ ਜਾਂਦਾ ਲੋਕ ਉਹਦੀ ਕਹਾਣੀ ਸੁਣ ਕੇ ਡਰ ਜਾਂਦੇ। ਕਿਸੇ ਦਾ ਹੌਸਲਾ ਨਾ ਪੈਂਦਾ ਕਿ ਉਹਨੂੰ ਆਪਣੇ ਕੋਲ ਰੱਖ ਸਕਦਾ। ਪਰ ਥਾਮਸਨ ਚੰਦਰੀ ਰੂਹ ਤੋਂ ਨਹੀਂ ਡਰਦਾ ਸੀ। ਉਹਨੇ ਯਾਰਾਕ ਨੂੰ ਆਪਣੇ ਘਰ ਰੱਖ ਲਿਆ। ਉਸ ਕੋਲ ਹੀ ਉਹ ਵੱਡਾ ਹੋਇਆ। ਕੁੱਤਿਆਂ ਦੀ ਸਾਂਭ ਸੰਭਾਲ ਤੇ ਘਰ ਦੇ ਹੋਰ ਕੰਮਾਂ 'ਚ ਥਾਮਸਨ ਦਾ ਹੱਥ ਵਟਾਉਣ ਲੱਗ ਪਿਆ। ਹੌਲੀ ਹੌਲੀ ਉਹ ਸ਼ਿਕਾਰ ਖੇਡਣ ਤੇ ਫੰਦੇ ਲਾਉਣ 'ਚ ਵੀ ਮਾਹਰ ਹੋ ਗਿਆ। ਇਸ ਤਰ੍ਹਾਂ ਯਾਰਾਕ ਨੇ ਥਾਮਸਨ ਦਾ ਦਿਲ ਜਿੱਤ ਲਿਆ ਤੇ ਉਹਨੇ ਯਾਰਾਕ ਨੂੰ ਆਪਣਾ ਪੁੱਤਰ ਬਣਾ ਲਿਆ। ਇੱਕ ਦਿਨ ਥਾਮਸਨ ਨੇ ਮੈਰੀ ਨੂੰ ਯਾਰਾਕ ਵੱਲ ਇਸ ਢੰਗ ਨਾਲ ਦੇਖਦਿਆਂ ਤੱਕ ਲਿਆ ਜਿਹੜਾ ਉਹਨੂੰ ਪਸੰਦ ਨਹੀਂ ਸੀ। ਉਹਨੇ ਯਾਰਾਕ ਨੂੰ ਆਪਣੇ ਕੋਲ ਬੁਲਾਇਆ ਤੇ ਆਖਿਆ, ਯਾਰਾਕ, ਮੈਂ ਤੇਰੀ ਜਾਨ ਬਚਾਈ ਹੈ। ਮੈਂ ਤੈਨੂੰ ਗੋਰਿਆਂ ਦੀ ਸਹਾਇਤਾ ਕਰਨ ਵਾਸਤੇ ਵੇਲ ਕਿਸ਼ਤੀਆਂ ਉੱਪਰ ਵੀ ਭੇਜਦਾ ਰਿਹਾ। ਤੂੰ ਕਾਫੀ ਸਮਝਦਾਰ ਹੈ, ਆਪਣਾ ਕੰਮ ਚੰਗੀ ਤਰ੍ਹਾਂ ਜਾਣਦਾ ਹੈ। ਚੰਗੀ ਗੱਲ ਹੈ ਜੇਕਰ ਹੁਣ ਤੂੰ ਚੁਕਚੀ ਲੋਕਾਂ ਨਾਲ ਹੀ ਰਿਹਾ ਕਰੇ। ਮੈਂ ਰਿੰਤੂ ਨੂੰ ਆਖ ਦਿੰਦਾ, ਉਹ ਤੈਨੂੰ ਆਪਣੇ ਤੰਬੂ 'ਚ ਰੱਖ ਲਏਗਾ। ਮੈਨੂੰ ਜਦ ਤੇਰੀ ਲੋੜ ਪੈਗੀ ਮੈਂ ਤੈਨੂੰ ਬੁਲਾ ਲਿਆ ਕਰਾਂਗਾ। ਪਰ ਯਾਰਾਕ ਨੇ ਅਜਿਹੀ ਗੱਲ ਬਾਰੇ ਕਦੇ ਸੁਪਨੇ 'ਚ ਨਹੀਂ ਸੀ ਸੋਚਿਆ। ਉਹਨੇ ਹਮੇਸ਼ਾ ਹੀ ਥਾਮਸਨ ਵਾਸਤੇ ਜਾਨ ਤੋੜ ਕੇ ਕੰਮ ਕੀਤਾ ਸੀ। ਉਹ ਹੈਰਾਨ ਪਰੇਸ਼ਾਨ ਚਾਰਲੀ ਵੱਲ ਦੇਖਣ ਲੱਗ ਪਿਆ। ਫਿਰ ਥਥਲਾ ਕੇ ਜਕਦਾ ਬੋਲਿਆ, ਚਾਰਲੀ, ਮੇਰੇ ਵਾਸਤੇ ਵੱਖਰਾ ਤੰਬੂ ਬਣਵਾ ਕੇ ਮੈਰੀ ਨੂੰ ਮੇਰੇ ਨਾਲ ਰਹਿਣ ਦੀ ਆਗਿਆ ਦੇ। ਮੈਂ ਮੈਰੀ ਨਾਲ ਵਿਆਹ। ਕੀ? ਥਾਮਸਨ ਗਰਜਿਆ, ਤੇਰਾ ਦਿਮਾਗ ਖਰਾਬ ਹੈ? ਤੈਨੂੰ ਰੱਬ ਦੀ ਮਾਰ, ਤੇਰੇ ਵਰਗੇ ਜੰਗਲੀ ਨਾਲ ਇੱਕ ਗੋਰੇ ਦੀ ਧੀ ਦਾ ਵਿਆਹ? ਤੂੰ ਸੁਣਿਆ ਕਦੀ? ਬੇਵਕੂਫ, ਅਜਿਹੀ ਗੱਲ ਕਦੇ ਨਹੀਂ ਹੋ ਸਕਦੀ। ਚੁੱਕ ਆਪਣੀਆਂ ਜੁੱਲੀਆਂ ਖੱਲਾਂ ਤੇ ਨਿਕਲ ਜਾ ਮੇਰੇ ਘਰੋਂ। ਜੇ ਮੁੜ ਕੇ ਇੱਥੇ ਆਇਆ ਤਾਂ ਤੇਰੀ ਖੈਰ ਨਹੀਂ। ਇਹ ਗੋਰੇ ਆਦਮੀਆਂ ਦਾ ਕਾਨੂੰਨ ਹੈ। ਯਾਰਾਕ ਨੇ ਆਪਣੀਆਂ ਖੱਲਾਂ ਚੁੱਕੀਆਂ ਤੇ ਰਿੰਤੂ ਦੇ ਤੰਬੂ ਵੱਲ ਤੁਰ ਪਿਆ। ਚੰਗਾ ਕਾਨੂੰਨ ਹੈ ਗੋਰੇ ਆਦਮੀਆਂ ਦਾ, ਯਾਰਾਕ ਨੇ ਸੋਚਿਆ। ਮੈਂ ਖੁਦ ਗੋਰਿਆਂ ਨਾਲ ਸ਼ਿਕਾਰ ਕਰਨ ਜਾਂਦਾ ਰਿਹਾ। ਉਹਨਾਂ ਦੀ ਬੋਲੀ ਮੈਂ ਸਮਝ ਸਕਦਾ, ਪਰ ਮੈਂ ਕਦੇ ਅਜਿਹਾ ਕਾਨੂੰਨ ਨਹੀਂ ਸੁਣਿਆ। ਜਹਾਜ਼ ਦਾ ਲਾਂਗਰੀ ਤਾਂ ਸਗੋਂ ਆਖਦਾ ਸੀ ਕਿ ਮੈਂ ਚਾਰਲੀ ਦੀ ਧੀ ਨਾਲ ਵਿਆਹ ਕਰਵਾ ਸਕਦਾ। ਹਰ ਗੋਰਾ ਆਦਮੀ ਆਪਣਾ ਹੀ ਕਾਨੂੰਨ ਘੜ ਲੈਂਦਾ। ਬੜੇ ਅਜੀਬ ਨੇ ਗੋਰੇ ਲੋਕ। ਯਾਰਾਕ ਬੜੀ ਦੇਰ ਤੱਕ ਰਿੰਤੂ ਦੇ ਬੂਹੇ ਅੱਗੇ ਖੜਾ ਰਿਹਾ। ਅੰਦਰ ਜਾਣ ਨੂੰ ਉਹਦਾ ਮਨ ਨਹੀਂ ਸੀ ਕਰਦਾ। ਇਸ ਤਰ੍ਹਾਂ ਘਰੋਂ ਕੱਢੇ ਜਾਣਾ ਬੜੀ ਭਾਰੀ ਹੱਤਕ ਹੈ। ਲੋਕ ਕੀ ਆਖਣਗੇ? ਕਾਫੀ ਝਿਜਕ ਪਿੱਛੋਂ ਖੰਗੂਰਾ ਮਾਰ ਕੇ ਯਾਕ ਨੇ ਆਪਣੀ ਮੌਜੂਦਗੀ ਪ੍ਰਗਟ ਕੀਤੀ। ਉਹਨੂੰ ਜਾਪਿਆ ਜਿਵੇਂ ਉਹਦਾ ਗਲ ਵੱਢਿਆ ਗਿਆ ਹੋਵੇ। ਬਹੁਤ ਹੀ ਦੁਖੀ ਹੋ ਕੇ ਉਹਨੂੰ ਆਵਾਜ਼ ਮਾਰੀ। ਰਿੰਤੂ ਨੇ ਬਾਹਰ ਵੱਲ ਦੇਖਿਆ। ਆਓ ਯਾਰਾਕ, ਅੰਦਰ ਆਓ। ਉਹਨੇ ਬੜੀ ਅਪਣੱਤ ਨਾਲ ਆਖਿਆ। ਰਿੰਤੂ, ਚਾਰਲੀ ਨੇ ਮੈਨੂੰ ਘਰੋਂ ਕੱਢ ਦਿੱਤਾ। ਉਹਨੇ ਮੈਨੂੰ ਤੇਰੇ ਨਾਲ ਰਹਿਣ ਲਈ ਆਖਿਆ। ਇਹ ਤਾਂ ਬੜੀ ਚੰਗੀ ਗੱਲ ਹੈ। ਇੱਥੇ ਰਹਿ, ਬੜੀ ਥਾਂ ਹੈ ਇੱਥੇ। ਆਪਾਂ ਦੋਵੇਂ ਵਪਾਰੀਆਂ ਦਾ ਸਵਾਗਤ ਕਰਿਆ ਕਰਾਂਗੇ। ਇੱਥੇ ਬੜੀ ਰੌਣਕ ਰਹਿੰਦੀ ਹੈ। ਮੇਰੇ ਤੰਬੂ 'ਚ ਸਾਰੇ ਸਮੁੰਦਰੀ ਤੱਟ ਤੋਂ ਖਬਰਾਂ ਆਉਂਦੀਆਂ ਨੇ। ਰਿੰਤੂ ਚਾਰਲੀ ਦਾ ਖਾਸ ਆਦਮੀ ਸੀ। ਉਹਦੇ ਘਰ 'ਚ ਸਭ ਨਿੱਕੀਆਂ ਮੋਟੀਆਂ ਚੀਜ਼ਾਂ, ਜਿੰਦੇ ਤੋਂ ਲੈ ਕੇ ਰਫਲ ਦੇ ਬੱਟ ਤੱਕ ਸਾਰੀਆਂ ਚੀਜ਼ਾਂ ਚਾਰਲੀ ਦੀਆਂ ਦਿੱਤੀਆਂ ਸੀ। 20 ਸਾਲਾਂ ਤੋਂ ਚਾਰਲੀ ਦਾ ਹੀ ਦਿੱਤਾ ਖਾ ਰਿਹਾ ਸੀ।
ਉਹਦੀ ਪਤਨੀ ਅਕਸਰ ਚਾਰਲੀ ਕੋਲ ਜਾਂਦੀ ਤੇ ਬਹੁਤ ਸਾਰੀਆਂ ਚੀਜ਼ਾਂ ਸੁਗਾਤ ਦੇ ਰੂਪ 'ਚ ਲੈ ਕੇ ਮੁੜ ਆਉਂਦੀ। ਖੁਦ ਰਿੰਤੂ ਨੂੰ ਚਾਰਲੀ ਨੇ ਇੱਕ ਰਫਲ ਸੁਗਾਤ 'ਚ ਦਿੱਤੀ ਸੀ। ਰਿੰਤੂ ਇਸ ਬਸਤੀ ਦਾ ਸਭ ਤੋਂ ਖੁਸ਼ਹਾਲ ਆਦਮੀ ਸੀ ਕਿਉਂਕਿ ਇੰਨੀਆਂ ਚੀਜ਼ਾਂ ਹੋਰ ਕਿਸੇ ਕੋਲ ਨਹੀਂ ਸਨ। ਉਹ ਹਮੇਸ਼ਾ ਹੀ ਚਾਰਲੀ ਦੇ ਗੁਣ ਗਾਉਂਦਾ ਰਹਿੰਦਾ, ਉਹਦੀਆਂ ਮਿਹਰਬਾਨੀਆਂ ਨੂੰ ਉਹ ਕਦੇ ਵੀ ਭੁੱਲਦਾ ਨਹੀਂ ਸੀ। ਚਾਰਲੀ ਨਾਲ ਵਪਾਰ ਕਰਨ ਵਾਸਤੇ ਦੂਰੋਂ ਦੂਰਾਂ ਸ਼ਿਕਾਰੀ ਤੇ ਫੰਦੀ ਆਉਂਦੇ। ਇੱਥੋਂ ਤੱਕ ਕਿ ਵਪਾਰੀ ਬਰੁਖੇਰੋਵ ਦੇ ਵਪਾਰਕ ਅੱਡੇ ਕੋਲੋਂ ਵੀ ਵਪਾਰੀ ਤੁਰ ਕੇ ਇੱਥੇ ਆਉਂਦੇ। ਸਭ ਵਪਾਰੀ ਰਿੰਤੂ ਦੇ ਤੰਬੂ 'ਚ ਠਹਿਰਦੇ। ਵਪਾਰੀਆਂ ਦੇ ਕੁੱਤਿਆਂ ਵਾਸਤੇ ਰਿੰਤੂ ਗਰਮੀਆਂ ਦੀ ਖੁਰਾਕ ਜਮ੍ਹਾਂ ਕਰਕੇ ਰੱਖ ਲੈਂਦਾ। ਉਹਦਾ ਸਾਰਾ ਸਮਾਂ ਸ਼ਿਕਾਰ ਕਰਦਿਆਂ ਬੀਤ ਜਾਂਦਾ। ਚਾਰਲੀ ਵੀ ਵਾਧੂ ਮਾਸ ਖਰੀਦ ਕੇ ਰਿੰਤੂ ਦੇ ਭੰਡਾਰ ਵਿੱਚ ਜਮ੍ਹਾਂ ਕਰ ਲੈਂਦਾ। ਸਰਦੀਆਂ 'ਚ ਕੁੱਤਿਆਂ ਵਾਸਤੇ ਮਾਸ ਵੀ ਬਹੁਤ ਲੋੜ ਪੈਂਦੀ। ਰਿੰਤੂ ਦਾ ਸਾਰਾ ਜੀਵਨ ਚਾਰਲੀ ਦੀ ਸੇਵਾ ਕਰਦਿਆਂ ਹੀ ਬੀਤਿਆ ਸੀ। ਉਹਦਾ ਪਰਿਵਾਰ ਬਹੁਤ ਵੱਡਾ ਸੀ, ਪਰ ਹੁਣ ਇੱਕੋ ਇੱਕ ਧੀ ਤੋਂ ਬਿਨਾਂ ਬਾਕੀ ਸਭ ਮਰ ਚੁੱਕੇ ਸਨ। ਉਹੀ ਘਰ-ਬਾਰ ਸੰਭਾਲਦੀ ਸੀ। ਜਦ ਯਾਰਾਕ ਆਪਣੀ ਜੁੱਲੀ ਤਪੜਾ ਚੁੱਕ ਕੇ ਰਿੰਤੂ ਦੇ ਤੰਬੂ 'ਚ ਆਇਆ ਤਾਂ ਬਹੁਤ ਖੁਸ਼ ਹੋਇਆ। ਯਾਰਾਕ ਤਾਕਤਵਰ ਤੇ ਸਿਹਤਮੰਦ ਗੱਭਰੂ ਸੀ। ਰਿੰਤੂ ਨੂੰ ਉਹ ਚੰਗਾ ਲੱਗਦਾ ਸੀ। ਉਹਨੂੰ ਆਪਣਾ ਜਵਾਈ ਬਣਾਉਣਾ ਚਾਹੁੰਦਾ ਸੀ। ਖੁਸ਼ੀ ਦਾ ਇੱਕ ਕਾਰਨ ਇਹ ਵੀ ਸੀ। ਰਿੰਤੂ ਉਹਦੇ ਆਲੇ ਦੁਆਲੇ ਫਿਰਨ ਲੱਗ ਪਿਆ ਤੇ ਉਹਨੂੰ ਖੁਸ਼ ਕਰਨ ਦੀ ਪੂਰੀ ਕੋਸ਼ਿਸ਼ ਕਰਨ ਲੱਗਾ। ਤੇਰਾ ਮੂੰਹ ਕਿਉਂ ਉਤਰਿਆ ਹੋਇਆ ਯਾਰਾਕ? ਚੁੱਪ ਰਹਿ ਰਿੰਤੂ, ਜੇ ਤੂੰ ਮੈਨੂੰ ਨਹੀਂ ਰੱਖਣਾ ਚਾਹੁੰਦਾ ਤਾਂ ਮੈਂ ਚਲਿਆ ਜਾਣਾ, ਯਾਰਾਕ ਖਿਝ ਕੇ ਬੋਲਿਆ। ਓਹੋ, ਰਿੰਤੂ ਹੈਰਾਨ ਹੋ ਗਿਆ ਤੇ ਬੋਲਿਆ, ਚੰਗਾ ਤਾਂ ਫਿਰ ਮੈਂ ਨਹੀਂ ਪੁੱਛਦਾ। ਅੰਗ 25। ਉੱਤਰੀ ਕੰਪਨੀ ਨਾਲ ਮੁਕਾਬਲਾ ਕਰਨ ਦੀਆਂ ਵਿਉਂਤਾਂ 'ਚ ਥਾਮਸਨ ਇੰਨਾ ਗੁਆਚ ਗਿਆ ਕਿ ਅੱਜ ਉਹਨੂੰ ਕਸਰਤ ਕਰਨੀ ਵੀ ਭੁੱਲ ਗਈ। ਉਹ ਰੋਜ਼ ਕਾਫੀ ਪੀਣ ਪਿੱਛੋਂ ਘਰ ਤੋਂ ਖਾੜੀ ਤੱਕ 2 ਚੱਕਰ ਲਗਾਇਆ ਕਰਦਾ ਸੀ, ਪਰ ਅੱਜ ਦੁਪਹਿਰ ਤੱਕ ਉਹ ਘਰੋਂ ਬਾਹਰ ਹੀ ਨਾ ਨਿਕਲਿਆ। ਉਹਦੇ ਇਸ ਵਤੀਰੇ ਤੋਂ ਚਿੰਤਾ ਤੁਰਲਤੀਨਾ ਉਹਦੇ ਕਮਰੇ 'ਚ ਗਈ ਤੇ ਬੜੀ ਨਿਮਰਤਾ ਨਾਲ ਬੋਲੀ, ਚਾਰਲੀ, ਬਹੁਤ ਸਾਰੇ ਆਦਮੀ ਵਪਾਰ ਕਰਨ ਆਏ ਨੇ। ਥਾਮਸਨ ਨੇ ਖਿੜਕੀ ਰਾਹੀਂ ਬਾਹਰ ਵੱਲ ਦੇਖਿਆ। ਬਿਨਾਂ ਪਿਛਾਂਹ ਵੱਲ ਮੁੜਿਆਂ ਹੁਕਮ ਦਿੱਤਾ, ਰਿੰਤੂ ਦੇ ਤੰਬੂ 'ਚ ਜਾ ਕੇ ਇਹਨਾਂ ਵਾਸਤੇ ਚਾਹ ਦਾ ਪ੍ਰਬੰਧ ਕਰੋ। ਚਾਹ ਨਾਲ ਸਭ ਨੂੰ ਥੋੜ੍ਹੇ ਥੋੜ੍ਹੇ ਬਿਸਕਿਟ ਵੀ ਦਿਓ, ਪਰ ਬਹੁਤੇ ਨਹੀਂ, ਕੇਵਲ ਉਹਨਾਂ ਨੂੰ ਫਸਾਉਣ ਵਾਸਤੇ, ਚੋਗੇ ਵਜੋਂ। ਸ਼ਿਕਾਰ ਨੂੰ ਫੰਦੇ 'ਚ ਫਸਾਉਣ ਵਾਸਤੇ ਬਹੁਤ ਮਾਸ ਦੀ ਲੋੜ ਨਹੀਂ ਹੁੰਦੀ। ਫਿਰ ਉਹਨੇ ਕੱਪੜੇ ਪਾਏ ਬਾਹਰ ਚਲਾ ਗਿਆ। ਨਾਲ ਦੇ ਕਮਰਿਆਂ 'ਚੋਂ ਲੰਘਦਿਆਂ ਉਹਨੂੰ ਖਲ ਪਰਦੇ ਦੇ ਪਿਛਲੇ ਪਾਸੇ ਕਿਸੇ ਦੇ ਬੂਟ ਨਜ਼ਰ ਆਏ। ਉਹਦੇ ਕੋਲ ਜਾ ਕੇ ਠੁੱਡਾ ਮਾਰ ਕੇ ਕੜਕ ਕੇ ਪੁੱਛਿਆ, ਕਿਹਦੀਆਂ ਨੇ ਇਹ ਟੰਗਾਂ? ਪਰਦਾ ਹਿੱਲਿਆ ਤੇ ਯਾਰਾਕ ਦਾ ਮੁਸਕਰਾਉਂਦਾ ਹੋਇਆ ਮੂੰਹ ਦਿਖਾਈ ਦਿੱਤਾ। ਥਾਮਸਨ ਨੇ ਗੁੱਸੇ ਦੀ ਕੋਈ ਹੱਦ ਨਾ ਰਹੀ। ਇੱਥੇ ਕੀ ਕਰਦਾ ਕੁੱਤੀ ਦਿਆ ਪੁੱਤਾ? ਤੈਨੂੰ ਜਦ ਇੱਕ ਵਾਰ ਘਰੋਂ ਕੱਢਤਾ ਫਿਰ ਤੂੰ ਇੱਥੇ ਕਰਨ ਕੀ ਆਇਆ? ਗੁੱਸੇ ਨਾਲ ਥਾਮਸਨ ਦੀਆਂ ਅੱਖਾਂ ਬਾਹਰ ਆ ਗਈਆਂ। ਉਹਦਾ ਲਾਲ ਨੱਕ ਨੀਲਾ ਹੋ ਗਿਆ, ਮੂੰਹ ਝੱਗ ਆਉਣ ਲੱਗ ਪਈ। ਯਾਰਾਕ ਲੇਟਿਆ ਹੋਇਆ ਸੀ। ਉਹਨੇ ਉੱਪਰ ਵੱਲ ਵੇਖ ਕੇ ਹੈਰਾਨੀ ਨਾਲ ਪੁੱਛਿਆ, ਪਰ ਕਿਉਂ ਚਾਰਲੀ? ਥਾਮਸਨ ਆਪੇ ਤੋਂ ਬਾਹਰ ਹੋ ਗਿਆ। ਉਹ ਯਾਰਾਕ ਨੂੰ ਟੰਗੋਂ ਫੜ ਕੇ ਘੜੀਸਦਾ ਬੂਹਿਓਂ ਬਾਹਰ ਲੈ ਗਿਆ। ਦੰਦ ਕਰੀਚਦਾ ਹੋਇਆ ਕੜਕਿਆ, ਜਾ ਦਫਾ ਹੋ ਜਾ। ਯਾਰਾਕ ਔਖਾ ਜਿਹਾ ਹੋ ਕੇ ਉੱਠਿਆ। ਉਦਾਸ ਜਿਹੀ ਮੁਸਕਾਨ ਉਹਦੇ ਬੁੱਲ੍ਹਾਂ 'ਤੇ ਆਈ ਤੇ ਉਹ ਤੁਰ ਪਿਆ। ਆਪਣੀ ਗਲਤੀ ਉੱਤੇ ਉਹ ਪਛਤਾ ਰਿਹਾ ਸੀ। ਮੈਰੀ ਨੇ ਸਮੂਰਦਾਰ ਪਰਦੇ ਦੇ ਪਿਛਲੇ ਪਾਸਿਓਂ ਆਪਣਾ ਸਿਰ ਬਾਹਰ ਕੱਢਿਆ। ਉਹਦੀਆਂ ਅੱਖਾਂ ਹਰਖੀ ਹੋਈ ਬਘਿਆੜੀ ਵਾਂਗ ਚੰਗਿਆੜੇ ਛੱਡ ਰਹੀਆਂ ਸੀ। ਥਾਮਸਨ ਨੇ ਜਦ ਉਸ ਵੱਲ ਵੇਖਿਆ, ਉਹਨੇ ਜ਼ੋਰ ਨਾਲ ਪਰਦਾ ਹੇਠਾਂ ਸੁੱਟ ਦਿੱਤਾ। ਹੌਂਕਦਾ ਹੋਇਆ ਥਾਮਸਨ ਨੇ ਤਾਣਿਆਂ ਵਾਂਗ ਆਪਣੇ ਕਮਰੇ 'ਚ ਜਾ ਕੇ ਕੁਰਸੀ 'ਤੇ ਡਿੱਗ ਪਿਆ। ਪਾਈਪ ਨੂੰ ਤੰਬਾਕੂ ਨਾਲ ਭਰ ਕੇ ਉਹ ਬੇਸਬਰਿਆਂ ਵਾਂਗ ਸੂਟੇ ਮਾਰਨ ਲੱਗ ਪਿਆ। ਮੈਥੋਂ ਹੀ ਅਸਲ 'ਚ ਵਧੀਕੀ ਹੋ ਗਈ। ਅਜਿਹੇ ਮੌਕਿਆਂ 'ਤੇ ਲੋਕਾਂ ਨਾਲ ਲੜਨਾ ਕੋਈ ਸਿਆਣਪ ਨਹੀਂ। ਉਹ ਆਪਣੇ ਵਿਹਾਰ 'ਤੇ ਪਛਤਾ ਰਿਹਾ ਸੀ। ਕਿਸ ਤਰੀਕੇ ਨਾਲ ਉਹਦੇ ਆਪਣੇ ਦੁੱਖ ਨੂੰ ਭੁਲਾਉਣ ਦੀ ਕੋਸ਼ਿਸ਼ ਕੀਤੀ। ਉਹਨੇ ਮੈਰੀ ਨੂੰ ਆਵਾਜ਼ ਮਾਰੀ, ਪਰ ਕੋਈ ਉੱਤਰ ਨਾ ਆਇਆ। ਬੈਨ, ਉਹਨੇ ਆਪਣੇ ਪੁੱਤਰ ਨੂੰ ਆਵਾਜ਼ ਮਾਰੀ। ਛੋਟਾ ਜਿਹਾ ਬੈਨ ਭੱਜਦਾ ਭੱਜਦਾ ਕਮਰੇ 'ਚ ਆਇਆ। ਉਹਨੇ ਅਮਰੀਕਨ ਢੰਗ ਨਾਲ ਸੀਤੀ ਹੋਈ ਸਮੂਰ ਦੀ ਪੁਸ਼ਾਕ ਪਾਈ ਸੀ। ਉਹਦੀ ਜੈਕਟ ਨਾਲ ਲੱਗੀ ਹੋਈ ਚਿੱਟੀ ਲੂੰਬੜੀ ਦੇ ਵਾਲਾਂ ਦੀ ਝਾਲਰ ਬਹੁਤ ਹੀ ਸੁੰਦਰ ਜਾਪ ਰਹੀ ਸੀ। ਉਹਦੇ ਵਾਲ ਕਾਲੇ ਤੇ ਨੈਣ ਨਕਸ਼ ਬਹੁਤ ਸੋਹਣੇ ਸੀ। ਉਹ ਬੂਹੇ ਵਿੱਚ ਖੜ੍ਹ ਕੇ ਬਾਪ ਦੇ ਸਵਾਗਤੀ ਸ਼ਬਦਾਂ ਦੀ ਉਡੀਕ ਕਰਨ ਲੱਗਾ। ਉਰੇ ਆ ਪੁੱਤਰ, ਚਾਰਲੀ ਨੇ ਬੜੇ ਪਿਆਰ ਨਾਲ ਆਖਿਆ। ਬੈਨ ਬਾਪ ਕੋਲ ਜਾ ਕੇ ਕੁਰਸੀ ਦੇ ਨਾਲ ਲੱਗ ਕੇ ਖੜ੍ਹ ਗਿਆ। ਥਾਮਸਨ ਨੇ ਬੜੇ ਪਿਆਰ ਨਾਲ ਆਪਣੀ ਬਾਂਹ ਉਹਦੇ ਦੁਆਲੇ ਵਲ ਕੇ ਪੁੱਛਿਆ, ਮੈਰੀ ਬਾਹਰ ਆ ਗਈ ਹੈ ਬੈਨ? ਨਹੀਂ, ਉਹ ਆਪਣੇ ਕਮਰੇ 'ਚ ਬੈਠੀ ਹੈ। ਫਿਰ ਉਹ ਆਈ ਕਿਉਂ ਨਹੀਂ? ਮੈਂ ਉਹਨੂੰ ਬੁਲਾਇਆ ਸੀ, ਉਹ ਆਉਣਾ ਨਹੀਂ ਚਾਹੁੰਦੀ। ਥਾਮਸਨ ਸੋਚਾਂ 'ਚ ਡੁੱਬ ਗਿਆ। ਇਹ ਤੋਂ ਪਹਿਲਾਂ ਕਦੇ ਕਿਸੇ ਨੇ ਉਹਦਾ ਹੁਕਮ ਨਹੀਂ ਸੀ ਮੋੜਿਆ। ਉਹਨੇ ਹੌਕਾ ਭਰਿਆ ਤੇ ਸੋਚਿਆ, ਮੈਂ ਜ਼ਿਆਦਤੀ ਕੀਤੀ ਹੈ, ਮੈਰੀ ਦਾ ਕੋਈ ਕਸੂਰ ਨਹੀਂ। ਬੈਨ, ਉਹ ਐਲਬਮ ਉਰੇ ਲਿਆ, ਉਹਨੇ ਆਖਿਆ। ਉਹ ਐਲਬਮ ਦੇ ਵਰਕੇ ਉਲਟਾਉਣ ਲੱਗ ਪਿਆ। ਇੱਕ ਅਜਿਹੀ ਫੋਟੋ 'ਤੇ ਰੁਕ ਗਿਆ ਜਿਹੜੀ ਉਹਦੀ ਉਸ ਸਮੇਂ ਦੀ ਫੋਟੋ ਸੀ ਜਦ ਉਹ ਅਜੇ ਬੱਚਾ ਹੀ ਸੀ। ਕਾਫੀ ਦੇਰ ਤੱਕ ਉਹਨੂੰ ਇੱਕ ਟੱਕ ਵੇਖਦਾ ਰਿਹਾ ਤੇ ਬੋਲਿਆ, ਦੇਖ ਬੈਨ, ਇਹ ਤੂੰ ਹੈ ਨਾ? ਬੈਨ ਨੇ ਫੋਟੋ ਨੂੰ ਧਿਆਨ ਨਾਲ ਦੇਖਿਆ, ਫਿਰ ਸ਼ੀਸ਼ੇ 'ਚ ਆਪਣਾ ਚਿਹਰਾ ਦੇਖ ਕੇ ਮੁਸਕਰਾ ਪਿਆ। ਤੇਰਾ ਦਿਲ ਅਮਰੀਕਾ ਜਾਣ ਨੂੰ ਕਰਦਾ ਬੈਨ? ਹਮੇਸ਼ਾ ਵਾਸਤੇ ਇੱਥੋਂ ਜਾਣ ਲਈ? ਨਹੀਂ, ਬੈਨ ਨੇ ਫੈਸਲੇ ਭਰੀ ਆਵਾਜ਼ 'ਚ ਆਖਿਆ ਤੇ ਆਪਣਾ ਸਿਰ ਹਿਲਾ ਦਿੱਤਾ। ਅੰਗ 26।
ਚਾਰਲੀ ਦੇ ਸਟੋਰ ਦੁਆਲੇ ਸ਼ਿਕਾਰੀਆਂ ਤੇ ਫਾਂਦੀਆਂ ਦੀ ਭੀੜ ਕਾਫੀ ਚਿਰ ਤੋਂ ਖੜੀ ਬੜੀ ਬੇਸਬਰੀ ਨਾਲ ਵਪਾਰ ਸ਼ੁਰੂ ਹੋਣ ਦੀ ਉਡੀਕ ਕਰ ਰਹੀ ਸੀ। ਪਰ ਅੱਜ ਚਾਰਲੀ ਕਾਫੀ ਲੇਟ ਸੀ। ਸ਼ਾਇਦ ਉਹਦੀ ਤਬੀਅਤ ਠੀਕ ਨਹੀਂ ਸੀ। ਵਪਾਰੀਆਂ ਦੇ ਉਤਸ਼ਾਹ ਨੂੰ ਯਾਰਾਕ ਠੰਡਾ ਨਹੀਂ ਸੀ ਕਰਨਾ ਚਾਹੁੰਦਾ। ਇਸ ਲਈ ਉਹਨੇ ਫੈਸਲਾ ਕਰ ਲਿਆ ਕਿ ਆਪਣੇ ਜੀਵਨ 'ਚ ਆਈ ਤਬਦੀਲੀ ਬਾਰੇ ਕਿਸੇ ਨੂੰ ਕੁਝ ਨਹੀਂ ਦੱਸੇਗਾ। ਉਹਨੇ ਰਿੰਤੂ ਨੂੰ ਆਖ ਦਿੱਤਾ ਕਿ ਉਹ ਇਸ ਬਾਰੇ ਕਿਸੇ ਨੂੰ ਕੁਝ ਨਾ ਦੱਸੇ ਤੇ ਇਸ ਬਾਰੇ ਇੱਕ ਵੀ ਗੱਲ ਆਪਣੇ ਮੂੰਹੋਂ ਨਾ ਕੱਢੇ। ਇਸ ਗੱਲ ਦਾ ਕਿਸੇ ਨੂੰ ਪਤਾ ਨਾ ਲੱਗੇ ਕਿ ਚਾਰਲੀ ਨੇ ਉਹਨੂੰ ਘਰੋਂ ਕੱਢ ਦਿੱਤਾ ਸੀ। ਉਹ ਨਹੀਂ ਸੀ ਚਾਹੁੰਦਾ ਕਿ ਲੋਕਾਂ ਨੂੰ ਉਹਦੀ ਬੇਇੱਜ਼ਤੀ ਦਾ ਪਤਾ ਲੱਗੇ। ਉਹ ਗੋਰੇ ਆਦਮੀਆਂ ਦੇ ਕਾਨੂੰਨ ਬਾਰੇ ਚੰਗੀ ਤਰ੍ਹਾਂ ਜਾਣਨਾ ਚਾਹੁੰਦਾ ਸੀ। ਆਪਣੀ ਬੇਇੱਜ਼ਤੀ ਨੂੰ ਛੁਪਾਉਣ ਵਾਸਤੇ ਯਾਰਾਕ ਨੇ ਆਪਣੇ ਆਪ ਨੂੰ ਖੁਸ਼ ਦਿਖਾਈ ਦੇਣ 'ਤੇ ਮਜਬੂਰ ਕੀਤਾ। ਉਹ ਸ਼ਿਕਾਰੀਆਂ ਤੇ ਫਾਂਦੀਆਂ ਦੀਆਂ ਗੱਲਾਂ 'ਚ ਹਿੱਸਾ ਲੈਣ ਲੱਗ ਪਿਆ। ਵਾਮਚੂ ਨੇ ਇੱਕ ਚਿੱਟਾ ਰਿੱਛ ਮਾਰਿਆ ਸੀ। ਰਿੱਛ ਨਾਲ ਕੀਤੀ ਲੜਾਈ ਬਾਰੇ ਉਹ ਆਪਣੀ ਕਹਾਣੀ ਬੜੇ ਰੌਚਕ ਢੰਗ ਨਾਲ ਸੁਣਾ ਰਿਹਾ ਸੀ। ਰਿੱਛ ਦੀ ਖੱਲ ਨੂੰ ਉਹ ਬੜੀ ਮੁਸ਼ਕਲ ਨਾਲ ਲੈ ਕੇ ਆਇਆ ਸੀ। ਇਸ ਤਰ੍ਹਾਂ ਹੋਰ ਸ਼ਿਕਾਰੀ ਵੀ ਆਪਣੀਆਂ ਕਹਾਣੀਆਂ ਸੁਣਾ ਰਹੇ ਸਨ ਤੇ ਕੁੱਤਿਆਂ ਦਾ ਵਟਾਂਦਰਾ ਕਰ ਰਹੇ ਸਨ। ਤੰਬੂ ਦੇ ਕੋਲ ਹੀ ਦੋ ਨੌਜਵਾਨ ਬਰਫ਼ ਉੱਪਰ ਕੁਸ਼ਤੀ ਕਰਨ ਲੱਗ ਪਏ। ਉਹਨਾਂ ਨੇ ਆਪਣੇ ਲੱਕਾਂ ਨਾਲ ਪੱਟੀਆਂ ਬੰਨੀਆਂ ਸਨ। ਉਹਨਾਂ ਦੇ ਗਰਮ ਸਰੀਰਾਂ 'ਚੋਂ ਭਾਫਾਂ ਨਿਕਲ ਰਹੀਆਂ ਸੀ। ਇੱਕ ਮੋਟਾ ਤਾਜ਼ਾ ਸ਼ਿਕਾਰੀ ਭੀੜ 'ਚੋਂ ਬਾਹਰ ਆਇਆ। ਆਪਣੀ ਜੈਕਟ ਲਾ ਕੇ ਉਹ ਡੋਲਿਆਂ ਉੱਪਰ ਥਾਪੀਆਂ ਮਾਰਦਾ ਹੋਇਆ ਅਖਾੜੇ 'ਚ ਗੇੜੇ ਕੱਢਣ ਲੱਗ ਪਿਆ। ਉਹਨੇ ਗੇੜੇ ਦਿੱਤੇ ਪਰ ਕੋਈ ਆਦਮੀ ਉਸ ਨਾਲ ਕੁਸ਼ਤੀ ਕਰਨ ਵਾਸਤੇ ਤਿਆਰ ਨਹੀਂ ਸੀ। ਉਹ ਕੁਝ ਹੰਕਾਰ ਗਿਆ ਤੇ ਵਿਅੰਗਮਈ ਅੰਦਾਜ਼ 'ਚ ਬੋਲਿਆ, ਬਈ ਹੱਦ ਹੋ ਗਈ, ਇੰਨੀ ਭੀੜ 'ਚ ਕੋਈ ਵੀ ਮਰਦ ਬੱਚਾ ਨਹੀਂ। ਆਖਿਰ ਕੁੜੀਆਂ ਕੀ ਸੋਚਣਗੀਆਂ। ਮੇਰਾ ਖਿਆਲ ਹੈ ਮੈਂ ਇਸ ਸ਼ੇਖੀਖੋਰ ਨੂੰ ਸਬਕ ਸਿਖਾ ਸਕਦਾ। ਯਾਰਾਕ ਨੇ ਮਨ 'ਚ ਸੋਚਿਆ। ਉਹਨੇ ਫਟਾਫਟ ਕੱਪੜੇ ਉਤਾਰੇ, ਅਖਾੜੇ 'ਚ ਆ ਕੇ ਉਹਨੂੰ ਲਲਕਾਰਿਆ, ਆ ਜਾ, ਮੈਂ ਤਿਆਰ ਹਾਂ। ਇਹ ਸੁਣ ਕੇ ਉਹਦਾ ਵਿਰੋਧੀ ਹੌਲੀ ਹੌਲੀ ਯਾਰਾਕ ਵੱਲ ਵਧਿਆ। ਬਈ ਵਾਹ, ਕੁੜੀਆਂ ਵੀ ਆ ਗਈਆਂ ਨੇ ਤੇ ਇਹ ਕੁੜੀਆਂ ਸਦਾ ਹੀ ਖੁਸ਼ੀ ਜਾਂ ਨਮੋਸ਼ੀ ਦਾ ਕਾਰਨ ਬਣਦੀਆਂ ਨੇ, ਕਿਸੇ ਨੇ ਭੀੜ 'ਚੋਂ ਆਖਿਆ। ਦਰਸ਼ਕਾਂ ਨੇ ਇੱਕ ਚੱਕਰ ਬਣਾ ਲਿਆ। ਛੋਟੇ ਛੋਟੇ ਮੁੰਡੇ ਲੋਕਾਂ ਦੀਆਂ ਲੱਤਾਂ ਵਿੱਚੋਂ ਦੀ ਲੰਘ ਕੇ ਮੂਹਰੇ ਆ ਬੈਠੇ। ਪਹਿਲਵਾਨਾਂ ਦੇ ਹੱਥ ਜੁੜ ਗਏ। ਉਹ ਕਾਫੀ ਚਿਰ ਤੱਕ ਉਸੇ ਤਰ੍ਹਾਂ ਗੇੜੇ ਕੱਢਦੇ ਰਹੇ। ਇਉਂ ਜਾਪਦਾ ਸੀ ਜਿਵੇਂ ਇੱਕ ਦੂਜੇ ਦੀ ਤਾਕਤ ਦਾ ਅੰਦਾਜ਼ਾ ਲਗਾ ਰਹੇ ਹੋਣ। ਅਚਾਨਕ ਯਾਰਾਕ ਨੇ ਆਪਣੀ ਬਾਂਹ ਉੱਪਰ ਚੁੱਕ ਕੇ ਵਿਰੋਧੀ ਦੀ ਗਰਦਨ 'ਚ ਸਾਰੇ ਜ਼ੋਰ ਨਾਲ ਧੌਲ ਮਾਰੀ। ਪਾਣੀ 'ਚ ਚੱਪੂ ਵੱਜਣ ਵਾਂਗ ਉਹਦੀ ਆਵਾਜ਼ ਸੁਣਾਈ ਦਿੱਤੀ। ਉਹਨੇ ਯਾਰਾਕ ਦਾ ਗਿੱਟਾ ਫੜ ਲਿਆ। ਉਹ ਦੋਵੇਂ ਧੜਾਮ ਕਰਕੇ ਬਰਫ਼ ਉੱਪਰ ਡਿੱਗ ਪਏ। ਇੱਕ ਸਕਿੰਟ 'ਚ ਦੋਵੇਂ ਜਣੇ ਫੇਰ ਖੜੇ ਹੋ ਗਏ ਤੇ ਜਦ ਕੁਸ਼ਤੀ ਪੂਰੀ ਤਰ੍ਹਾਂ ਭੱਖ ਗਈ ਤਾਂ ਚਾਰਲੀ ਦੀ ਆਵਾਜ਼ ਸੁਣਾਈ ਦਿੱਤੀ, ਬੱਲੇ ਸ਼ੇਰੋ, ਸ਼ਾਬਾਸ਼। ਇਸ ਹੱਲਾ ਸ਼ੇਰੀ ਤੋਂ ਉਤਸ਼ਾਹਤ ਹੋ ਕੇ ਦੋਵੇਂ ਪਹਿਲਵਾਨ ਗੁੱਥਮ ਗੁੱਥਾ ਹੋ ਕੇ ਬਰਫ਼ ਉੱਪਰ ਲੋਟਣੀਆਂ ਖਾਣ ਲੱਗ ਪਏ। ਦਰਸ਼ਕਾਂ ਦੀਆਂ ਤਾੜੀਆਂ ਨਾਲ ਸਾਰੀ ਫਿਜ਼ਾ ਗੂੰਜ ਉੱਠੀ। ਜਿੱਤਣ ਵਾਲੇ ਨੂੰ ਮੇਰੀ ਵੱਲੋਂ ਤੰਬਾਕੂ ਦਾ ਡੱਬਾ ਮਿਲੇਗਾ, ਚਾਰਲੀ ਨੇ ਉੱਚੀ ਆਵਾਜ਼ 'ਚ ਆਖਿਆ। ਪਰ ਅਜੇ ਉਹਨੇ ਯਾਰਾਕ ਨੂੰ ਪਛਾਣਿਆ ਨਹੀਂ ਸੀ। ਦੋਵੇਂ ਪਹਿਲਵਾਨ ਦੁਬਾਰਾ ਖੜੇ ਹੋ ਗਏ ਤੇ ਅੰਤ ਪੂਰੇ ਜ਼ੋਰ ਨਾਲ ਇੱਕ ਦੂਜੇ 'ਤੇ ਝਪਟੇ। ਉਹਨਾਂ ਦੀਆਂ ਅੱਖਾਂ ਲਹੂ ਦੀਆਂ ਗੋਲੀਆਂ ਜਾਪਦੀਆਂ ਸਨ। ਯਾਰਾਕ ਨੇ ਅਚਾਨਕ ਵਿਰੋਧੀ ਦੇ ਪੈਰ ਉਖੇੜ ਕੇ ਉਹਨੂੰ ਬਰਫ਼ 'ਤੇ ਸੁੱਟ ਲਿਆ ਤੇ ਜ਼ੋਰਦਾਰ ਤਾਲੀਆਂ ਦੀ ਗੜਗੜਾਹਟ 'ਚ ਉਹਦੀ ਛਾਤੀ 'ਤੇ ਬਹਿ ਗਿਆ। ਹੁਣ ਥਾਮਸਨ ਨੇ ਯਾਰਾਕ ਨੂੰ ਵੇਖਿਆ। ਅੰਤ ਉਹਨੂੰ ਸਮਝ ਆਈ ਕਿ ਕੁਸ਼ਤੀ ਜਿੱਤਣ ਵਾਲਾ ਕੌਣ ਸੀ। ਇਹ ਵੀ ਚੰਗਾ ਹੀ ਹੋਇਆ, ਤੰਬਾਕੂ ਬੇਕਾਰ ਨਹੀਂ ਗਿਆ, ਘੱਟੋ ਘੱਟ ਆਪਣੇ ਹੀ ਆਦਮੀ ਨੂੰ ਮਿਲੇਗਾ। ਉਹਨੇ ਆਪਣੀ ਅੰਦਰਲੀ ਪੀੜ ਨੂੰ ਮੱਠਾ ਕਰਨ ਲਈ ਸੋਚਿਆ। ਸਭ ਸ਼ਿਕਾਰੀ ਸਟੋਰ 'ਚ ਚਲੇ ਗਏ। ਥਾਮਸਨ ਨੇ ਖੂਬਸੂਰਤ ਤੰਬਾਕੂ ਦਾ 2 ਪਾਉਂਡ ਦਾ ਡੱਬਾ ਬੜੀ ਗੰਭੀਰਤਾ ਨਾਲ ਚੁੱਕ ਕੇ ਯਾਰਾਕ ਨੂੰ ਫੜਾ ਦਿੱਤਾ। ਯਾਰਾਕ ਨੇ ਡੱਬਾ ਫੜ ਲਿਆ ਪਰ ਉਹਨੇ ਕੁਝ ਬੇਚੈਨੀ ਜਿਹੀ ਨਾਲ ਚਾਰਲੀ ਵੱਲ ਤੱਕਿਆ। ਉਹਨੂੰ ਇਸ ਗੋਰੇ ਆਦਮੀ ਦੀ ਸਮਝ ਨਹੀਂ ਸੀ ਆ ਰਹੀ। ਉਹ ਸੋਚ ਰਿਹਾ ਸੀ ਕਿ ਤੰਬਾਕੂ ਦੇਣ ਵਾਲਾ ਇਹ ਉਹੀ ਚਾਰਲੀ ਹੈ ਜਿਹਨੇ ਕੁਝ ਚਿਰ ਪਹਿਲਾਂ ਉਹਨੂੰ ਮਰੇ ਹੋਏ ਕੁੱਤੇ ਵਾਂਗ ਟੰਗੋਂ ਫੜ ਕੇ ਘਸੀਟਿਆ ਸੀ। ਲੈਣ ਦੇਣ ਆਪਾਂ ਫੇਰ ਕਰਾਂਗੇ, ਥਾਮਸਨ ਨੇ ਖੁਸ਼ੀ ਦੇ ਲੋਰ 'ਚ ਆਖਿਆ। ਆਓ ਪਹਿਲਾਂ ਆਪਾਂ ਚਾਹ ਪੀ ਲਈਏ। ਅੱਜ ਚਾਰਲੀ ਅਸਾਧਾਰਨ ਤੌਰ 'ਤੇ ਖੁਸ਼ ਜਾਪਦਾ ਸੀ। ਸ਼ਿਕਾਰੀ ਭਾਵੇਂ ਰਿੰਤੂ ਦੇ ਤੰਬੂ 'ਚ ਚਾਹ ਪੀ ਚੁੱਕੇ ਸੀ ਪਰ ਚਾਰਲੀ ਦੇ ਘਰ ਚਾਹ ਪੀਣ ਦਾ ਵੱਖਰਾ ਹੀ ਸਵਾਦ ਸੀ। ਮੈਰੀ ਸ਼ਿਕਾਰੀਆਂ ਨੂੰ ਰੱਜਵੀਂ ਚਾਹ ਪਿਆ, ਥਾਮਸਨ ਨੇ ਆਵਾਜ਼ ਦਿੱਤੀ। ਖੁਸ਼ੀ ਨਾਲ ਥਿਰਕਦੀ ਥਾਮਸਨ ਦੀ ਆਵਾਜ਼ ਸੁਣ ਕੇ ਮੈਰੀ ਤੇ ਉਹਦੀ ਮਾਂ ਦੋਵੇਂ ਖੁਸ਼ ਹੋ ਗਈਆਂ। ਉਹਨਾਂ ਨੇ ਫਟਾਫਟ ਚਾਹ ਦਾ ਸਮਾਨ ਲਿਆ ਕੇ ਮੇਜ਼ 'ਤੇ ਰੱਖ ਦਿੱਤਾ। ਸ਼ਿਕਾਰੀ ਘੇਰਾ ਬਣਾ ਕੇ ਬਹਿ ਗਏ। ਚਾਹ ਨਾਲ ਬਿਸਕਿਟ ਖਾਂਦੇ ਹੋਏ ਚਾਰਲੀ ਦੀਆਂ ਤਾਰੀਫਾਂ ਦੇ ਪੁੱਲ ਬਣ ਰਹੇ ਸਨ। ਚਾਰਲੀ ਬੜਾ ਨੇਕ ਆਦਮੀ ਹੈ, ਕੀ ਹਿਸਾਬ ਹੈ, ਬਸ ਦੇਵਤਾ ਪੁਰਸ਼ ਹੈ। ਥੋੜੇ ਚਿਰਾਂ 'ਚ ਬਿਸਕੁਟਾਂ ਵਾਲਾ ਡੱਬਾ ਖਾਲੀ ਹੋ ਗਿਆ। ਚਾਰਲੀ ਨੇ ਇੱਕ ਹੋਰ ਡੱਬਾ ਲਿਆਉਣ ਦਾ ਹੁਕਮ ਦਿੱਤਾ। ਹੋਰ ਖਾਓ ਬਿਸਕੁਟ, ਰੱਜ ਕੇ ਖਾਓ, ਚਾਰਲੀ ਨੇ ਉੱਚੀ ਆਵਾਜ਼ 'ਚ ਆਖਿਆ। ਰੁਲਤੀਨਾ ਤੇ ਮੈਰੀ ਨੇ ਚਾਈਂ ਸ਼ਿਕਾਰੀਆਂ ਦੀ ਸੇਵਾ ਕੀਤੀ। ਅਜਿਹਾ ਸੁਭਾਗਾ ਅਵਸਰ ਉਹ ਕਿਵੇਂ ਗਵਾ ਸਕਦੀਆਂ ਸੀ। ਉਹ ਚਾਹੁੰਦੀਆਂ ਸੀ ਸ਼ਿਕਾਰੀ ਚਾਹ 'ਚ ਗੱਚ ਹੋ ਜਾਣ, ਉਹਨਾਂ ਦੇ ਢਿੱਡ ਮੋਮ ਵਾਂਗ ਢਲ ਕੇ ਵੱਧ ਜਾਣ। ਚਾਰਲੀ ਦਾ ਵਿਹਾਰ ਵੇਖ ਕੇ ਰੁਲਤੀਨਾ ਨੂੰ ਯਕੀਨ ਹੋ ਗਿਆ ਕਿ ਉਹਦੇ ਪਤੀ ਦੇ ਦਿਮਾਗ ਉੱਤੇ ਕਿਸੇ ਚੰਦਰੀ ਰੂਹ ਦਾ ਪ੍ਰਭਾਵ ਸੀ। ਪਹਿਲਾਂ ਤਾਂ ਕਿਸੇ ਨੂੰ ਖੰਡ ਦੀ ਇੱਕ ਡਲੀ ਦੇਣੀ ਵੀ ਉਹਨੂੰ ਔਖੀ ਜਾਪਦੀ ਸੀ। ਉਹਨੂੰ ਉਹ ਹਰ ਵੇਲੇ ਟੋਕਦਾ ਰਹਿੰਦਾ ਸੀ ਤੇ ਤੇਰਾ ਢਿੱਡ ਤਾਂ ਕੂੜ ਕਬਾੜ ਨਾਲ ਹੀ ਭਰਨ ਦੇ ਲਾਇਕ ਹੈ, ਐਵੇਂ ਕਿਉਂ ਬਿਸਕੁਟਾਂ ਦਾ ਸਤਿਆਨਾਸ਼ ਕਰਦੀ ਹੈ।
ਰੁਲਤੀਨਾ ਨੂੰ ਸਮਝ ਨਹੀਂ ਸੀ ਆ ਰਹੀ ਕਿ ਅੱਜ ਕਿਉਂ ਲੋਕਾਂ ਵਾਸਤੇ ਬਿਸਕੁਟਾਂ ਦੇ ਡੱਬੇ ਖੋਲ੍ਹੇ ਜਾ ਰਿਹਾ ਸੀ। ਚਾਹ ਪਿੱਛੋਂ ਲੈਣ ਦੇਣ ਦਾ ਕੰਮ ਸ਼ੁਰੂ ਹੋਇਆ। ਵਾਮਚੂ ਅੱਗੇ ਆਇਆ ਤੇ ਬੋਲਿਆ, ਚਾਰਲੀ, ਮੇਰੀ ਸਲੈਜ ਵਿੱਚ ਚਿੱਟੇ ਰਿੱਛ ਦੀ ਖੱਲ ਪਈ ਆ, ਆਖੇ ਤਾਂ ਉਹਨੂੰ ਅੰਦਰ ਲੈ ਆਵਾਂ? ਨਹੀਂ, ਇੱਥੇ ਨਾ ਲਿਆਈ, ਅਸੀਂ ਉਹਨੂੰ ਬਾਹਰ ਚੱਲ ਕੇ ਹੀ ਦੇਖ ਲੈਂਦੇ ਹਾਂ। ਇੱਥੇ ਇੱਕ ਤਾਂ ਭੀੜ ਬਹੁਤ ਹੈ, ਦੂਜਾ ਚਾਨਣ ਦੀ ਘਾਟ ਹੈ। ਸ਼ਿਕਾਰੀ ਵੀ ਬਾਹਰ ਨਿਕਲ ਆਏ। ਉਹਨਾਂ ਨੇ ਵਾਮਚੂ ਨਾਲ ਮਿਲ ਕੇ ਸਲੈਜ ਵਿੱਚੋਂ ਖੱਲ ਬਾਹਰ ਕੱਢੀ। ਖੱਲ ਬਹੁਤ ਸ਼ਾਨਦਾਰ ਸੀ, ਇਸ ਬਾਰੇ ਕਿਸੇ ਨੂੰ ਕੋਈ ਸ਼ੱਕ ਨਹੀਂ ਸੀ। ਥਾਮਸਨ ਨੇ ਐਨਕਾਂ ਸਾਫ਼ ਕੀਤੀਆਂ, ਗੋਡਿਆਂ ਭਰ ਬਹਿ ਕੇ ਬੱਚਿਆਂ ਵਾਂਗ ਖੱਲ ਉੱਪਰ ਤੁਰਨ ਲੱਗ ਪਿਆ। ਉਹਨੇ ਕਈ ਥਾਈਂ ਵਾਲ ਫੜ ਕੇ ਖਿੱਚੇ, ਵਾਲ ਪੁੱਟੇ ਨਾ ਗਏ। ਖੱਲ 'ਚ ਭੋਰਾ ਭਰ ਵੀ ਨੁਕਸ ਨਹੀਂ ਸੀ। ਸਾਰੀ ਖੱਲ ਇਕਸਾਰ ਬਰਫ਼ ਵਰਗੀ ਸਫੈਦ ਸੀ। ਉਹਨੇ ਖੱਲ ਨੂੰ ਪੂਛ ਤੋਂ ਕੰਨਾਂ ਤੀਕ ਮਾਪਿਆ। ਲੰਬਾਈ ਪੂਰੀ 14 ਫੁੱਟ ਸੀ। ਖੱਲ ਨੂੰ ਇਕੱਠੀ ਕਰਨ ਦਾ ਹੁਕਮ ਦੇ ਕੇ ਸਟੋਰ ਵੱਲ ਤੁਰ ਪਿਆ। ਉਸੇ ਵੇਲੇ ਇੱਕ ਕੁੱਤਾ ਟੀਮ ਪਹਾੜੀ ਤੋਂ ਹੇਠਾਂ ਉਤਰਦੀ ਨਜ਼ਰ ਆਈ। ਲੋਕ ਸਮਝ ਗਏ ਐਲੀ ਤੱਤ ਆ ਰਿਹਾ। ਥਾਮਸਨ ਰੁਕ ਗਿਆ। ਵਾਮਚੂ ਦੀ ਖੱਲ ਭਾਵੇਂ ਬਹੁਤ ਸ਼ਾਨਦਾਰ ਸੀ, ਪਰ ਥਾਮਸਨ ਨੂੰ ਐਲੀ ਤੱਤ 'ਚ ਬਹੁਤ ਦਿਲਚਸਪੀ ਸੀ। ਉੱਚੀ ਆਵਾਜ਼ 'ਚ ਭੌਂਕਦੀ ਹੋਈ ਐਲੀ ਤੱਤ ਦੀ ਕੁੱਤਾ ਟੀਮ ਥਾਮਸਨ ਦੇ ਘਰ ਵੱਲ ਸਰਪਟ ਭੱਜੀ ਆ ਰਹੀ ਸੀ। ਰਸਤੇ 'ਚ ਘਰ ਦੇ ਨੇੜੇ ਕਿਸੇ ਹੋਰ ਸ਼ਿਕਾਰੀ ਦੀ ਕੁੱਤਾ ਟੀਮ ਖੜੀ ਸੀ। ਐਲੀ ਤੱਤ ਦੇ ਕੁੱਤਿਆਂ ਨਾਲ ਉਲਝ ਪਏ। ਕੁੱਤਿਆਂ ਦਾ ਚੀਕ ਚਿਹਾੜਾ ਪੈ ਗਿਆ। ਪਹੁੰਚੇ ਚਮਕਣ ਲੱਗੇ। ਜੱਤ ਉੱਡਣ ਲੱਗੀ। ਮਿੰਟਾਂ ਸਕਿੰਟਾਂ 'ਚ ਐਲੀ ਤੱਤ ਦੇ ਕੁੱਤਿਆਂ ਨੇ ਕੁੱਤਾ ਪਾੜ ਕੇ ਰੱਖ ਦਿੱਤਾ। 8-10 ਆਦਮੀਆਂ ਨੇ ਬੜੀ ਮੁਸ਼ਕਿਲ ਨਾਲ ਦੋਹਾਂ ਟੀਮਾਂ ਦੇ ਕੁੱਤਿਆਂ ਨੂੰ ਅੱਡ-ਅੱਡ ਕੀਤਾ। ਦੂਜੀ ਟੀਮ ਦਾ ਮਾਲਕ ਐਲੀ ਤੱਤ ਕੋਲ ਗਿਆ ਤੇ ਬੋਲਿਆ, ਤੂੰ ਮੇਰੀ ਟੀਮ 'ਚ ਆਪਣੇ ਕੁੱਤੇ ਕਿਉਂ ਵਾੜੇ ਐਲੀ ਤੱਤ? ਤੂੰ ਅੰਨਾ ਸੀ? ਉਹਨਾਂ ਨੂੰ ਰਾਜ ਕਿਉਂ ਖੜਾਇਆ? ਅੱਗੇ ਵਾਸਤੇ ਖਿਆਲ ਰੱਖੀ, ਐਲੀ ਤੱਤ ਨੇ ਨਫ਼ਰਤ ਨਾਲ ਆਖਿਆ। ਅੱਗੇ ਵਾਸਤੇ ਕੀ? ਮੈਂ ਬਾਰ-ਬਾਰ ਖੜਾਊਂਗਾ, ਸ਼ਿਕਾਰੀ ਨੇ ਗੁੱਸੇ ਨਾਲ ਉੱਤਰ ਦਿੱਤਾ। ਐਲੀ ਤੱਤ ਨੇ ਜਦ ਥਾਮਸਨ ਨੂੰ ਖੜਾ ਦੇਖਿਆ, ਬੜੀ ਸ਼ਾਨ ਨਾਲ ਉਸ ਵੱਲ ਤੁਰ ਗਿਆ। ਉਹਨੇ ਹਿਰਨ ਖੱਲ ਦਾ ਦਸਤਾਨਾ ਉਤਾਰ ਕੇ ਚਾਰਲੀ ਨਾਲ ਹੱਥ ਮਿਲਾਇਆ। ਆਓ ਅੰਦਰ ਚੱਲੀਏ ਐਲੀ ਤੱਤ, ਥਾਮਸਨ ਨੇ ਆਖਿਆ। ਮੈਂ ਤੇਰੇ ਨਾਲ ਕੁਝ ਜ਼ਰੂਰੀ ਗੱਲਾਂ ਬਾਰੇ ਵਿਚਾਰ ਕਰਨੀ ਹੈ। ਐਲੀ ਤੱਤ ਨੇ ਸਲੈਜ ਵੱਲ ਮੂੰਹ ਕਰਕੇ ਆਵਾਜ਼ ਮਾਰੀ, ਟਾਈਗਰਾਨਾ, ਇਸ ਵੇਲੇ ਤੂੰ ਤੀਵੀਂ ਦਾ ਫਿਕਰ ਨਾ ਕਰ, ਚਾਰਲੀ ਨੇ ਆਖਿਆ। ਜਦ ਆਦਮੀ ਨੇ ਕਾਰ ਵਿਹਾਰ ਬਾਰੇ ਸੋਚਣਾ ਹੋਵੇ ਤਾਂ ਤੀਵੀਆਂ ਦੂਰ ਹੀ ਰਹਿਣੀਆਂ ਚਾਹੀਦੀਆਂ ਨੇ। ਪਰ ਚਾਰਲੀ, ਉਹ ਮੇਰੀ ਦੂਜੀ ਵਹੁਟੀ ਹੈ ਜਿਸ ਬਾਰੇ ਤੂੰ ਪੁੱਛਿਆ ਸੀ, ਇਸ ਲਈ ਮੈਂ ਇਹਨੂੰ ਇੱਥੇ ਲੈ ਕੇ ਆਇਆ। ਅਜੇ ਨਹੀਂ ਐਲੀ ਤੱਤ, ਤੂੰ ਮੇਰੀ ਗੱਲ ਮੰਨ, ਥਾਮਸਨ ਨੇ ਖਿੱਚ ਕੇ ਆਖਿਆ। ਮੈਂ ਨਹੀਂ ਚਾਹੁੰਦਾ ਉਹ ਐਈ ਨੂੰ ਮਿਲੇ, ਐਲੀ ਤੱਤ ਨੇ ਹੌਲੀ ਜਿਹੇ ਕਿਹਾ। ਉਹ ਉਹਦਾ ਮੰਗੇਤਰ ਹੈ, ਮੈਂ ਸੁਣਿਆ ਉਹ ਵੀ ਇੱਥੇ ਆਇਆ ਹੋਇਆ। ਤੂੰ ਤਾਂ ਆਪ ਸਿਆਣੇ ਚਾਰਲੀ ਕਿ ਤੀਵੀਆਂ 'ਚ ਕਿੰਨੀ ਕੁ ਅਕਲ ਹੁੰਦੀ ਹੈ। ਜੇਕਰ ਉਹ ਨੱਸ ਗਈ ਐਵੇਂ ਵਾਧੂ ਦੀ ਖੱਜਲ ਖੁਆਰੀ ਹੋਊ। ਤੂੰ ਫਿਕਰ ਨਾ ਕਰ, ਐਈ ਨੇ ਮੇਰੇ ਨਾਲ ਲੈਣ ਦੇਣ ਅਜੇ ਮੁਕਾਇਆ ਨਹੀਂ। ਟਾਈਗਰਾਨਾ ਚੁੱਪਚਾਪ ਆ ਕੇ ਉਸ ਕੋਲ ਖੜ ਗਈ। ਚਾਰਲੀ ਅੰਗਰੇਜ਼ੀ 'ਚ ਬੋਲਿਆ, ਕੁੜੀ ਤਾਂ ਚੰਗੀ ਹੈ। ਉਹਨੇ ਟਾਈਗਰਾਨਾ ਦੀ ਪਿੱਠ 'ਤੇ ਥਾਪੀ ਦਿੱਤੀ। ਚਾਰਲੀ ਦੀ ਅੰਗਰੇਜ਼ੀ ਬੁੜਬੜਾਹਟ ਸੁਣ ਕੇ ਟਾਈਗਰਾਨਾ ਨੂੰ ਜਾਪਿਆ ਜਿਵੇਂ ਉਹ ਕਿਸੇ ਵਾਲਰਸ ਦੀ ਆਵਾਜ਼ ਸੁਣ ਰਹੀ ਹੋਵੇ। ਉਹ ਆਪਣਾ ਹਾਸਾ ਨਾ ਰੋਕ ਸਕੀ। ਸਾਡੀਆਂ ਤੀਵੀਆਂ ਗੋਰਿਆਂ ਨੂੰ ਬਹੁਤ ਪਸੰਦ ਕਰਦੀਆਂ ਨੇ, ਐਲੀ ਤੱਤ ਨੇ ਚਾਰਲੀ ਦੀ ਖੁਸ਼ਾਮਦ ਕਰਦਿਆਂ ਕਿਹਾ। ਥਾਮਸਨ ਨੇ ਟਾਈਗਰਾਨਾ ਦੁਆਲੇ ਆਪਣੀ ਬਾਂਹ ਵਲ ਕੇ ਉਹਨੂੰ ਆਪਣੇ ਨਾਲ ਘੁੱਟ ਲਿਆ। ਤੂੰ ਟਾਈਗਰਾਨਾ ਥੋੜ੍ਹਾ ਚਿਰ ਘੁੰਮ ਲੈ, ਤੇ ਉਹ ਐਲੀ ਤੱਤ ਨੂੰ ਪੇਟੀ ਤੋਂ ਫੜ ਕੇ ਅੰਦਰ ਲੈ ਗਿਆ। ਕਮਰੇ 'ਚ ਜਾਣ ਸਾਰ ਥਾਮਸਨ ਨੇ ਆਪਣੀ ਜੈਕਟ ਉਤਾਰੀ ਤੇ ਦਰਵਾਜ਼ਾ ਬੰਦ ਕਰ ਲਿਆ। ਬੜਾ ਜ਼ਰੂਰੀ ਮਸਲਾ ਹੈ ਐਲੀ ਤੱਤ, ਇੱਕ ਕੁਰਸੀ 'ਤੇ ਬੈਠ। ਸ਼ਰਾਬ ਤਾਂ ਤੂੰ ਪੀਏਂਗਾ ਹੀ, ਥੋੜ੍ਹੀ ਜਿਹੀ ਕਿਉਂ, ਬਹੁਤ ਸਾਰੀ ਪੀਊਂਗਾ। ਬੜੇ ਚਿਰਾਂ ਤੋਂ ਮੈਂ ਇਹਨੂੰ ਦੇਖਿਆ ਵੀ ਨਹੀਂ, ਮੈਨੂੰ ਤਾਂ ਇਹਦਾ ਸਵਾਦ ਵੀ ਭੁੱਲ ਗਿਆ। ਕਲ ਦੀ ਸੰਗੀਤਮਈ ਆਵਾਜ਼ ਨਾਲ 2 ਕੱਪ ਭਰੇ ਪੀਤੇ ਗਏ। ਐਲੀ ਤੱਤ ਨੇ ਢਿੱਡ ਉੱਪਰ ਹੱਥ ਫੇਰ ਕੇ ਕਿਹਾ, ਚੰਗੀ ਚੀਜ਼ ਹੈ, ਥੋੜ੍ਹੀ ਹੋਰ ਪਾ ਦੇ। ਨਹੀਂ ਐਲੀ ਤੱਤ, ਥਾਮਸਨ ਨੇ ਕਿਹਾ, ਬਾਕੀ ਆਪਾਂ ਰਾਤ ਨੂੰ ਪੀਵਾਂਗੇ। ਹੁਣ ਆਪਾਂ ਕੁਝ ਜ਼ਰੂਰੀ ਗੱਲਾਂ ਬਾਰੇ ਵਿਚਾਰ ਕਰਨੀ ਹੈ। ਅਜਿਹੇ ਵੇਲੇ ਬੰਦੇ ਦਾ ਦਿਮਾਗ ਕਾਇਮ ਰਹਿਣਾ ਚਾਹੀਦਾ ਹੈ। ਮੈਂ ਤੈਨੂੰ ਬਹੁਤ ਸਾਰੀਆਂ ਗੱਲਾਂ ਦੱਸਣੀਆਂ ਨੇ। ਐਲੀ ਤੱਤ ਉਂਗਲਾਂ ਕੱਪ ਵਿੱਚ ਫੇਰ ਕੇ ਚੱਟਣ ਲੱਗ ਪਿਆ। ਕਮਰੇ 'ਚ ਗਰਮੀ ਸੀ। ਐਲੀ ਤੱਤ ਨੇ ਪੇਟੀ ਖੋਲ੍ਹ ਕੇ ਜੈਕਟ ਉਤਾਰ ਦਿੱਤੀ। ਥਾਮਸਨ ਨੇ ਉਹਦੇ ਮੁੜਕੇ ਨਾਲ ਭਿੱਜੇ ਸਰੀਰ ਨੂੰ ਨਫ਼ਰਤ ਨਾਲ ਦੇਖਿਆ। ਇੱਕ ਖਾਨੇਦਾਰ ਕਮੀਜ਼ ਲਿਆ ਕੇ ਬੋਲਿਆ, ਇਹ ਪਾ ਲੈ ਐਲੀ ਤੱਤ, ਇਹ ਨੰਗਾ ਬੈਠਾ ਤੂੰ ਚੰਗਾ ਨਹੀਂ ਲੱਗਦਾ। ਇਹ ਗੱਲ ਐਲੀ ਤੱਤ ਨੂੰ ਬੜੀ ਅਜੀਬ ਜਾਪੀ, ਪਰ ਉਹਨੇ ਕਮੀਜ਼ ਪਹਿਨ ਲਈ। ਉਹ ਬੇਆਰਾਮੀ ਨਾਲ ਪਾਸੇ ਮਾਰਨ ਲੱਗ ਪਿਆ ਕਿਉਂਕਿ ਕੱਪੜੇ ਦੀ ਕਮੀਜ਼ ਉਹਦੇ ਕੁਤਕੁਤਾਰੀਆਂ ਕਰ ਰਹੀ ਸੀ। ਇਹ ਕਮੀਜ਼ ਰੇਂਡੀਅਰ ਖੱਲ ਦੀ ਮੁਲਾਇਮ ਰੇਸ਼ਮ ਵਰਗੀ ਕੁਲੀ ਪੁਸ਼ਾਕ ਦਾ ਮੁਕਾਬਲਾ ਕਿਵੇਂ ਕਰ ਸਕਦੀ ਸੀ? ਫਿਰ ਵੀ ਉਹਨੂੰ ਪਹਿਨਣੀ ਪਈ। ਇੱਥੇ ਚਾਰਲੀ ਦਾ ਰਾਜ ਸੀ, ਉਹਦੇ ਕਾਨੂੰਨ ਅਨੁਸਾਰ ਰਹਿਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਸੀ। ਥਾਮਸਨ ਕੁਝ ਦੇਰ ਬੜੇ ਧਿਆਨ ਨਾਲ ਐਲੀ ਤੱਤ ਦੇ ਚਿਹਰੇ ਵੱਲ ਦੇਖਦਾ ਰਿਹਾ। ਫਿਰ ਅਚਾਨਕ ਪੁੱਛਣ ਲੱਗਿਆ, ਤੈਨੂੰ ਇੰਨਾ ਵੱਡਾ ਵਪਾਰੀ ਕਿਹਨੇ ਬਣਾਇਆ ਐਲੀ ਤੱਤ? ਐਲੀ ਤੱਤ ਨੂੰ ਪਹਿਲਾਂ ਤਾਂ ਇਹ ਗੱਲ ਚੰਗੀ ਨਾ ਲੱਗੀ, ਪਰ ਫਿਰ ਉਹਨੇ ਸੰਖੇਪ ਜਿਹਾ ਉੱਤਰ ਦਿੱਤਾ, ਤੂੰ ਬੋਲ ਡਰਦਾ ਕਿਉਂ ਹੈ? ਮੈਂ ਤੇਰੇ ਨਾਲ ਕੋਈ ਧੋਖਾ ਤਾਂ ਨਹੀਂ ਕਰਦਾ। ਤੈਨੂੰ ਮੈਂ ਹੋਰ ਵੀ ਅਮੀਰ ਬਣਾਉਣਾ ਚਾਹੁੰਦਾ। ਮੈਂ ਤੇਰਾ ਪੁਰਾਣਾ ਮਿੱਤਰ ਹਾਂ, ਕਿਉਂ ਠੀਕ ਹੈ ਨਾ? ਐਲੀ ਤੱਤ ਸੁਖਾਲਾ ਜਿਹਾ ਮਹਿਸੂਸ ਕਰਨ ਲੱਗਿਆ ਤੇ ਬੜੇ ਫਖਰ ਨਾਲ ਬੋਲਿਆ, ਠੀਕ ਹੈ ਚਾਰਲੀ, ਤੂੰ ਸੱਚ ਬੋਲਦਾ ਹੈ। ਆਪਾਂ ਕੋਈ ਮਾਮੂਲੀ ਮਿੱਤਰ ਨਹੀਂ ਹਾਂ, ਆਪਾਂ ਵਿਆਹ ਮਿੱਤਰ ਹਾਂ। ਇਸ ਲਈ ਮੈਂ ਟਾਈਗਰਾਨਾ ਨੂੰ ਨਾਲ ਲੈ ਕੇ ਆਇਆ। ਪਰ ਸਭ ਤੋਂ ਜ਼ਰੂਰੀ ਗੱਲ ਐਲੀ ਤੱਤ ਇਹ ਹੈ ਕਿ ਆਪਾਂ ਵਪਾਰਕ ਮਿੱਤਰ ਹਾਂ, ਸਮੂਰ ਦਾ ਵਪਾਰ ਕਰਨ ਵਾਲੇ ਮਿੱਤਰ। ਤੂੰ ਜਿਹੜੀਆਂ 200 ਖੱਲਾਂ ਅੱਜ ਲੈ ਕੇ ਆਇਆ,
ਮੈਂ ਤਾਂ ਇੱਥੋਂ ਨਹੀਂ ਖਰੀਦਣੀਆਂ, ਉਹਨਾਂ ਨੂੰ ਵਾਪਸ ਲੈ ਜਾ। ਐਲੀ ਤਦ ਘਬਰਾ ਗਿਆ। ਉਹਦੀਆਂ ਚੁਸਤ ਅੱਖਾਂ ਦੀ ਚਮਕ ਉਹਦੇ ਭੀੜੇ ਡੂੰਘੇ ਕੋਇਆਂ 'ਚ ਛੁਪ ਗਈ। ਡਰ ਕਿਉਂ ਗਿਆ? ਥਾਮਸਨ ਨੇ ਮੁਸਕਰਾ ਕੇ ਆਖਿਆ, ਮੈਂ ਚਾਹੁੰਦਾ ਜਦ ਗੋਰਾ ਕਪਤਾਨ ਗਰਮੀਆਂ ਵਿੱਚ ਜਹਾਜ਼ ਲੈ ਕੇ ਆਵੇ ਤੂੰ ਖੁਦ ਉਸ ਨਾਲ ਵਪਾਰ ਕਰੇ। ਤੂੰ ਅਜਿਹੇ ਵਪਾਰ ਪਿੱਛੋਂ ਬਹੁਤ ਕਮਾਈ ਕਰ ਸਕਦਾ ਹੈ। ਐਲੀ ਤਦ ਹੈਰਾਨ ਸੀ। ਚਾਰਲੀ ਅੱਜ ਕਿਹੋ ਜਿਹੀਆਂ ਗੱਲਾਂ ਕਰ ਰਿਹਾ ਸੀ? ਉਹ ਬੜੀਆਂ ਅਜੀਬ ਗੱਲਾਂ ਕਰ ਰਿਹਾ ਸੀ। ਐਲੀ ਤਦ ਸ਼ਸ਼ੋਪਨ 'ਚ ਪੈ ਗਿਆ ਤੇ ਬੋਲਿਆ, ਪਰ ਚਾਰਲੀ, ਇਹ ਸਾਰੀਆਂ ਖੱਲਾਂ ਮੈਂ ਬਿਨਾਂ ਕੋਈ ਕੀਮਤ ਦਿੱਤੇ ਲੈ ਕੇ ਆਇਆ। ਮੈਂ ਸਾਰੇ ਟੁੰਡਰਾ 'ਚ ਸ਼ਿਕਾਰੀਆਂ ਤੇ ਫਾਂਦੀਆਂ ਕੋਲ ਫਿਰਦਾ ਰਿਹਾ, ਪਰ ਮੈਥੋਂ ਕਿਸੇ ਨੇ ਤੰਬਾਕੂ ਦੀ ਡੱਬੀ, ਚਾਕੂ ਜਾਂ ਸਿਉਣ ਅੰਗੂਠੀ ਨਹੀਂ ਲਈ। ਉਹ ਲੋੜੀਂਦੀਆਂ ਚੀਜ਼ਾਂ ਦੇ ਰੂਪ 'ਚ ਕੀਮਤ ਮੰਗਦੇ ਨੇ। ਮੈਂ ਤਾਂ ਇੱਥੋਂ ਇਹਨਾਂ ਖੱਲਾਂ ਬਦਲੇ ਲੋੜੀਂਦੀਆਂ ਚੀਜ਼ਾਂ ਲੈਣ ਆਇਆ। ਮੈਂ ਸਭ ਕੁਝ ਜਾਣਦਾ, ਪਰ ਅੱਜ ਤੈਨੂੰ ਇਹ ਸਾਰੀਆਂ ਖੱਲਾਂ ਵਾਪਸ ਲਿਜਾਣੀਆਂ ਪੈਣਗੀਆਂ। ਜਿਹੜੀਆਂ ਚੀਜ਼ਾਂ ਦੀ ਤੈਨੂੰ ਲੋੜ ਹੈ ਮੈਥੋਂ ਉਧਾਰ ਲੈ ਜਾ। ਸ਼ਿਕਾਰੀਆਂ ਨੂੰ ਵੀ ਉਧਾਰ ਦੇ ਆਈ। ਉਹਨਾਂ ਨੂੰ ਆਖੀ ਅਗਲੇ ਸਾਲ ਇਹਨਾਂ ਚੀਜ਼ਾਂ ਬਦਲੇ ਸਾਨੂੰ ਸਮੂਰਦਾਰ ਖੱਲਾਂ ਦੇ ਦੇਣਾ। ਜਿਹੜੀਆਂ ਚੀਜ਼ਾਂ ਉਹ ਲੈਣਗੇ ਉਹਨਾਂ ਬਦਲੇ ਖੱਲਾਂ ਦੇ ਦੇਣਗੇ। ਮੈਂ ਖੁਦ ਇਹ ਚੀਜ਼ਾਂ ਲੈ ਕੇ ਜਾਵਾਂਗਾ। ਇਸ ਤਰੀਕੇ ਨਾਲ ਸਾਨੂੰ ਅਗਲੇ ਸਾਲ ਇਕੱਠੀਆਂ ਹੋਣ ਵਾਲੀਆਂ ਸਾਰੀਆਂ ਖੱਲਾਂ ਉਹਨਾਂ ਕੋਲੋਂ ਖਰੀਦ ਲੈਣੀਆਂ ਚਾਹੀਦੀਆਂ ਨੇ। ਆਈ ਸਮਝ? ਐਲੀ ਤਾਂ ਸਭ ਕੁਝ ਸਮਝਦਾ। ਸਾਰੀਆਂ ਖੱਲਾਂ ਮੇਰੇ ਕੋਲ ਆਉਣਗੀਆਂ, ਪਰ ਮੈਂ ਜੋ ਕੁਝ ਆਖ ਰਿਹਾ ਧਿਆਨ ਨਾਲ ਸੁਣ। ਦੇਖ, ਮੈਂ ਤੇਰੀ ਖਾਤਰ ਕੀ ਕੁਝ ਕਰ ਰਿਹਾ। ਮੈਂ ਤੈਨੂੰ ਸਿਖਾਵਾਂਗਾ ਕਿ ਛੋਟੇ ਜਹਾਜ਼ ਵਾਲੇ ਅਮਰੀਕਨਾਂ ਨਾਲ ਵਪਾਰ ਕਿਵੇਂ ਕਰਨਾ ਹੈ ਤੇ ਤੱਟ ਦੇ ਸ਼ਿਕਾਰੀਆਂ ਨਾਲ ਲੈਣ ਦੇਣ ਕਿਵੇਂ ਕਰਨਾ। ਇਹ ਗੱਲਾਂ ਮੈਂ ਕਦੇ ਕਿਸੇ ਨੂੰ ਨਹੀਂ ਦੱਸੀਆਂ। ਗਰਮੀਆਂ 'ਚ ਜਦ ਕਪਤਾਨ ਮੇਰੇ ਕੋਲ ਆਏਗਾ ਮੈਂ ਉਹਨੂੰ ਦੱਸਾਂਗਾ ਕਿ ਐਲੀ ਤੱਤ ਕੋਲ ਬਹੁਤ ਸਾਰੀਆਂ ਖੱਲਾਂ ਪਈਆਂ ਨੇ। ਉਹ ਜ਼ਰੂਰ ਤੇਰੇ ਕੋਲ ਆਏਗਾ। ਫਿਰ ਅਸੀਂ ਵਪਾਰੀ ਭਰਾਵਾਂ ਵਾਂਗ ਸਾਰੇ ਮਾਮਲੇ ਨੂੰ ਨਜਿੱਠ ਲਵਾਂਗੇ। ਐਲੀ ਤੱਤ ਤੇ ਉਹ ਨਜ਼ਰਾਂ ਕੱਢ ਕੇ ਬੈਠਾ ਉਹਦੀਆਂ ਗੱਲਾਂ ਸੁਣ ਰਿਹਾ ਸੀ ਜਿਵੇਂ ਕੁੱਤਾ ਮਾਸ ਦੇ ਟੁਕੜੇ ਦੀ ਉਡੀਕ 'ਚ ਬੈਠਾ ਹੁੰਦਾ ਹੈ। ਇਹ ਵੀ ਚੰਗਾ ਹੋਇਆ ਮੈਂ ਟਾਈਗਰਾਨਾਂ ਨੂੰ ਨਾਲ ਲੈ ਆਇਆ। ਐਲੀ ਤੱਤ ਨੇ ਸੋਚਿਆ, ਇਹ ਤੋਂ ਪਹਿਲਾਂ ਤਾਂ ਉਹ ਕਦੇ ਇੰਨਾ ਮਿਹਰਬਾਨ ਨਹੀਂ ਸੀ ਹੋਇਆ। ਇਹ ਤਾਂ ਬੜਾ ਫਰਾਖ ਦਿਲ ਨਿਕਲਿਆ। ਐਲੀ ਤੱਤ, ਹੁਣ ਤੂੰ ਸਮਝ ਗਿਆ ਨਾ ਕਿ ਕੀ ਕਰਨਾ ਹੈ? ਐਲੀ ਤੱਤ ਸਭ ਕੁਝ ਸਮਝ ਗਿਆ। ਮੈਂ ਇੰਨਾ ਬੁੱਧੂ ਨਹੀਂ ਚਾਰਲੀ, ਉਹਨੇ ਆਪਣੀ ਮਹੱਤਤਾ ਜਤਾਉਂਦਿਆਂ ਉੱਤਰ ਦਿੱਤਾ। ਚੰਗਾ, ਫਿਰ ਹੁਣ ਆਪਾਂ ਰੱਜ ਕੇ ਸ਼ਰਾਬ ਪੀ ਸਕਦੇ ਹਾਂ ਤੇ ਤੀਵੀਆਂ ਨਾਲ ਰੰਗ ਰਲੀਆਂ ਮਨਾ ਸਕਦੇ ਹਾਂ। ਧੰਨਵਾਦ।